ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਪੰਜਾਬ ਜੀਕੇ ਦਾ ਸੈਕਟਰ ਨੰਬਰ 1। ਜਿੰਨੀ ਕੁ ਥਿਊਰੀ ਆਪਾਂ ਕਵਰ ਕਰਨੀ ਸੀ ਉਹਦੇ ਵਿੱਚ ਆਪਾਂ ਕਵਰ ਕਰ ਗਏ ਸੀ, ਠੀਕ ਹੈ। ਉਹ ਲੈਕਚਰ ਦੇ ਵਿੱਚ ਪਹਿਲਾਂ ਨੇ 'ਚ ਜਿੰਨੀ ਕੁ ਥਿਊਰੀ ਆਪਾਂ ਕਵਰ ਕਰਨੀ ਸੀ, ਠੀਕ ਹੈ। ਹੁਣ ਆਪਾਂ ਚੱਲਾਂਗੇ MCQਆਂ ਦੇ। MCQ ਆਪਾਂ ਤੁਹਾਨੂੰ ਦੱਸਿਆ ਕਿ 500 ਦੇ ਨੇੜੇ ਆਪਾਂ MCQ ਕਰਾਂਗੇ। ਤੇ ਦੇਖੋ ਜੀ, ਤੇ ਇੱਕ ਵੀਡੀਓ ਨੂੰ ਲਾਈਕ ਕਰ ਦਿਓ। ਅੱਧੇ ਬੱਚੇ ਕਹਿੰਦੇ ਨੇ ਕਿ ਸਰ ਆਪਸ਼ਨਾਂ ਪਾਇਆ ਕਰੋ, ਜਿਵੇਂ ਐਸ ਲੋਟ ਐਸ ਲੋਟ ਐਸ ਲੋਟ, ਠੀਕ ਹੈ ਬੱਚੇ। ਉਹ ਪਾ ਤਾਂ ਦੇਵਾਂ ਆਪਸ਼ਨ, ਉਹਦੇ ਨਾਲ ਟਾਈਮ ਬਹੁਤ ਲੱਗਦਾ ਗਾ, ਸਬਜੈਕਟ ਬਹੁਤ ਹੋ ਜਾਂਦੇ ਆ, ਠੀਕ ਹੈ। ਤੇ ਇਹ ਕੰਮ ਤੇ ਫਿਰ ਐਂ ਸਮਝੋ ਕਿ ਦੁੱਗਣਾ ਤਿੱਗਣਾ ਟਾਈਮ ਲੱਗ ਜਾਂਦਾ ਹੁੰਦਾ ਆਪਸ਼ਨਾਂ ਉਹਦੇ ਕਰਨ ਤੇ ਉਹ ਜਦੋਂ ਆਪਾਂ ਟੈਸਟ ਪਾਇਆ ਕਰਾਂਗੇ, ਤੁਹਾਨੂੰ ਜਦੋਂ ਕਿਤੇ ਟੈਸਟ ਲਿਆ ਕਰਾਂਗੇ ਉਦੋਂ ਤੁਹਾਨੂੰ ਆਪਸ਼ਨ 4 ਆਪਸ਼ਨਾਂ 'ਚ ਟੈਸਟ ਹੋਇਆ ਕਰੂਗਾ, ਉਹਦੀ ਟੈਨਸ਼ਨ ਨਾ ਲਓ। ਇੱਕ ਵਾਰ ਤੁਸੀਂ ਕਰ ਲਓ ਇਹ, ਠੀਕ ਹੈ। ਤੇ ਕਿਉਂਕਿ ਜੇ ਤੁਸੀਂ ਇੱਕ ਮਿੰਟ ਐਂ ਯਾਦ ਕਰੀਦਾ ਨਾ, ਬਹੁਤ ਵੱਡਾ ਫਾਇਦਾ ਹੈਗਾ। ਜ਼ਿਆਦਾ ਨਾ ਤੁਸੀਂ ਐਂ ਯਾਦ ਕਰਿਆ ਕਰੋ ਜਿਵੇਂ ਮੈਂ ਇਹ ਕਰਵਾਉਣਾ ਗਾ। ਇਹਦਾ ਕੀ ਚੱਕਰ ਪੈ ਜਾਂਦਾ, ਦੇਖੋ ਜਦੋਂ ਆਪਸ਼ਨਾਂ ਦੇ ਵਿੱਚ ਆਪਾਂ ਯਾਦ ਕਰਦੇ ਹਾਂ, ਕਈ ਵਾਰੀ ਆਪਾਂ ਨਾ ਤੁੱਕਾ ਲਾ ਲੈਂਦੇ ਹੁੰਦੇ ਹਾਂ, ਤੁੱਕਾ ਲੱਗ ਜਾਣਾ ਹੁੰਦਾ। ਤੇ ਜਦੋਂ ਪੇਪਰ ਦੇ ਵਿੱਚ ਆਪਾਂ ਜਾ ਕੇ ਬਹਿੰਦੇ, ਇੱਕ ਆਪਾਂ ਪਹਿਲੀ ਨਰਵਸ ਹੋਏ ਬੈਠੇ ਨਾ, ਉਦੋਂ ਪੇਪਰਾਂ ਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਆਪਾਂ ਨੂੰ ਕਿਹੜੀ ਨੰਬਰ ਆਪਸ਼ਨ ਕੀਤੀ ਸੀ। 4-5 ਆਪਸ਼ਨ ਹੀ ਐਂ ਲੱਗ ਜਾਂਦਾ ਕਿ ਆਹ ਵੀ ਆਨਸਰ ਹੋਊਗਾ, ਆਹ ਵੀ ਆਨਸਰ ਹੋਊ, ਆਹ ਵੀ ਆਨਸਰ ਹੋਊਗਾ। ਉੱਥੇ ਜਾ ਕੇ ਬੰਦਾ ਉਲਝ ਜਾਂਦਾ। ਤਜਰਬਾ ਮੇਰਾ, ਜਿੰਨਾ ਤੁਸੀਂ ਆਪਸ਼ਨ ਵਾਲੇ ਪ੍ਰਸ਼ਨ ਕਰੋਗੇ ਉਹਨਾਂ ਤੁਸੀਂ ਪੇਪਰ ਜਾ ਕੇ ਉਲਝੋਗੇ। ਇਹ ਗੱਲ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ। ਜੇ ਪੁੱਤਰ ਹੁਣ ਮੈਂ ਮੰਨ ਲਓ ਤੁਹਾਨੂੰ 2-3 ਆਪਸ਼ਨਾਂ ਦੇ ਦਿੱਤੀਆਂ, ਆਨਸਰ ਉਹ 'ਚੋਂ ਇੱਕ ਤੁਸੀਂ ਤੁਹਾਡੇ ਆਟੋਮੈਟਿਕ ਇੱਕ ਦੀ ਯਾਦ ਰਹਿ ਜੂਗੀ ਗਲਤੀ ਨਾਲ। ਤੇ ਉਹਨੇ ਉੱਥੇ ਜਾ ਕੇ ਪੇਪਰ ਵਿੱਚ ਐਂ ਲੱਗਦਾ ਕਿ ਆਹ ਵੀ ਕਰੀ ਸੀ, ਆਹ ਵੀ ਕਰੀ ਸੀ। ਤਾਂ ਕਰਕੇ ਤੁਸੀਂ ਜਦੋਂ ਪ੍ਰੈਸ਼ਨ ਕਰਦੇ ਹੋ, ਕਦੇ ਵਾਸਤੇ ਵਨ ਲਾਈਨਰ ਪ੍ਰੈਸ਼ਨ ਕਰਿਆ ਕਰੋ, ਜਿਵੇਂ ਮੈਂ ਕਰਵਾਈ ਨਾ। ਵਨ ਲਾਈਨਰ ਪ੍ਰੈਸ਼ਨ ਹਮੇਸ਼ਾ ਕਰਨੀ ਚਾਹੀਦੀ ਆਪਾਂ ਨੂੰ। ਜਦੋਂ ਆਪਾਂ ਟੈਸਟ ਲਾਵਾਂਗੇ ਨਾ, ਉਦੋਂ ਆਪਾਂ 4 ਆਪਸ਼ਨਾਂ ਪਾ ਦਿਆ ਕਰਾਂਗੇ। ਓਕੇ ਜੀ। ਦੇਖੋ, ਬੰਦਾ ਸਿੰਘ ਬਹਾਦਰ ਦਾ ਅਸਲੀ ਨਾਮ ਕੀ ਸੀ? ਬੰਦਾ ਸਿੰਘ ਬਹਾਦਰ ਦਾ ਅਸਲੀ ਨਾਮ ਹੈਗਾ ਸੀ ਭਾਈ ਲਕਸ਼ਮਣ ਦਾਸ, ਠੀਕ ਹੈ। ਬੰਦਾ ਸਿੰਘ ਬਹਾਦਰ ਦਾ ਅਸਲੀ ਨਾਮ ਲਕਸ਼ਮਣ ਦਾਸ ਸੀ। ਬੰਦਾ ਸਿੰਘ ਬਹਾਦਰ ਦਾ ਇਲਾਕਾ ਕਿਹੜਾ ਸੀ, ਕਿਹੜੇ ਇਲਾਕੇ ਦੇ ਵਿੱਚੋਂ ਨਿਵਾਸੀ ਸੀ ਬਾਬਾ ਬੰਦਾ ਸਿੰਘ ਬਹਾਦਰ? ਇਹ ਹੈਗੇ ਸੀ ਰਜੌਰੀ ਜੀ। ਰਜੌਰੀ ਕਿੱਥੇ ਬੱਚੋ? ਜੰਮੂ ਕਸ਼ਮੀਰ ਦੇ ਵਿੱਚ। ਹੁਣ ਜੰਮੂ ਕਸ਼ਮੀਰ ਦਾ ਮੈਨੂੰ ਗਵਰਨਰ ਦੱਸ ਦਿਓ ਕੌਣ ਹੈਗਾ? ਜੰਮੂ ਕਸ਼ਮੀਰ ਦਾ ਗਵਰਨਰ ਹੈਗਾ ਮਨੋਜ ਸਿਨਹਾ, ਠੀਕ ਹੈ। ਤੇ ਜੰਮੂ ਕਸ਼ਮੀਰ ਦੀ ਰਾਜਧਾਨੀ ਕਿਹੜੀ ਹੈ? ਸ਼੍ਰੀਨਗਰ। ਓਕੇ। ਇਸ ਤੋਂ ਬਾਅਦ ਲਕਸ਼ਮਣ ਦਾਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਹੋਰ ਕੀ ਨਾਂ ਪਿਆ? ਦੇਖੋ, ਪਹਿਲਾਂ ਤਾਂ ਉਹਦਾ ਲਕਸ਼ਮਣ ਦਾਸ ਸੀ ਬਚਪਨ ਦਾ। ਇਹ ਤੋਂ ਬਾਅਦ ਉਹਦਾ ਨਾਮ ਮਾਧੂ ਦਾਸ ਪੈ ਗਿਆ। ਮਾਧੂ ਦਾਸ ਦਾ ਨਾਂ ਤਾਂ ਪੈ ਗਿਆ ਸੀ ਕਿਉਂਕਿ ਉਹ ਇੱਕ ਸਾਧ ਸੀ, ਉਹਦੇ ਨਾਲ ਅਟੈਚਮੈਂਟ ਹੋ ਗਈ ਸੀ ਉਹਨਾਂ ਦੀ। ਅਤੇ ਉਹ ਸਾਧ ਨੇ ਇਹ ਚੇਲੇ ਬਣ ਗਏ ਸੀ। ਅਤੇ ਬਾਅਦ ਵਿੱਚ ਉਹ ਸਾਧ ਦੀ ਜਦੋਂ ਡੈਥ ਹੋ ਗਈ, ਉਸ ਤੋਂ ਬਾਅਦ ਉਹਨੇ ਆਪਦਾ ਸਾਰਾ ਰਾਜ ਭਾਗ, ਆਪਦੇ ਸਾਰੇ ਤੰਤਰ ਮੰਤਰ ਮਾਧੂ ਦਾਸ ਨੂੰ ਦਿੱਤੇ ਸੀ, ਠੀਕ ਹੈ ਜੀ। ਅਤੇ ਮਾਧੂ ਦਾਸ ਨੇ ਆਪਦਾ ਪੱਕਾ ਇਲਾਕਾ ਬਣਾ ਲਿਆ ਸੀ, ਠੀਕ ਹੈ ਜੀ। ਅਤੇ ਨੰਦੇੜ ਦੇ ਵਿਖੇ, ਨੰਦੇੜ ਜਿੱਥੇ 1708 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦ ਹੋਏ ਸੀ, ਉੱਥੇ ਇਹਨਾਂ ਦੀ ਮੁਲਾਕਾਤ ਹੋਈ ਸੀ ਨੰਦੇੜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ, ਠੀਕ ਹੈ ਜੀ। ਅਤੇ ਗੁਰੂ ਮਾਧੂ ਦਾਸ ਦਾ ਗੁਰੂ ਗੋਬਿੰਦ ਸਿੰਘ ਨੇ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਸੀ? ਮਿਲੇ ਸੀ ਕਿੱਥੇ? ਨੰਦੇੜ ਵਿੱਚ। ਕਿਦੋਂ? 1708 ਦੇ ਵਿੱਚ, ਠੀਕ ਹੈ। ਉੱਥੇ ਇੱਕ ਅਫਗਾਨੀ ਨੇ ਜਿਹੜੇ ਖੰਜਰ ਮਾਰ ਕੇ ਇਹਨਾਂ ਦੀ ਸ਼ਹੀਦ ਕਰਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ। ਬੰਦਾ ਸਿੰਘ ਬਹਾਦਰ ਨੇ ਕਿਸ ਥਾਂ 'ਤੇ ਵਜ਼ੀਰ ਖਾਂ ਨੂੰ ਹਰਾਇਆ? ਚੱਪੜ ਚਿੜੀ। ਇਹ ਵਜ਼ੀਰ ਖਾਨ ਕੌਣ ਸੀ ਬੱਚੇ? ਇਹ ਵਜ਼ੀਰ ਖਾਨ ਉਹ ਵਜ਼ੀਰ ਖਾਨ ਸੀ ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾਇਆ ਸੀ ਨੇ, ਠੀਕ ਹੈ। ਇਹਨੇ ਕੀ ਕੀਤਾ ਕਿ ਇਹਨਾਂ ਨੂੰ ਨੀਹਾਂ 'ਚ ਚੁਣ ਦਿਓ। ਜਦੋਂ ਨੀਹਾਂ 'ਚ ਚੁਣਿਆ ਅਤੇ ਉਹ ਜਦੋਂ ਨੀਂਹ ਕੱਢਣ ਲੱਗਦੇ ਸੀ ਤਾਂ ਗਲ ਕੋਲ ਆ ਕੇ ਉਹ ਡਿੱਗ ਪੈਂਦੀ ਸੀ, ਠੀਕ ਹੈ। ਅਤੇ ਇੱਕ ਵਾਰੀ ਅਜਿਹਾ ਹੋਇਆ ਦੁਬਾਰਾ ਫਿਰ ਜਦੋਂ ਉਹਨੇ ਨੀਹਾਂ ਦੇ ਵਿੱਚ ਬੱਚਿਆਂ ਨੂੰ ਚਿਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਮਾਂ ਚਿਣਤੀ, ਠੀਕ ਹੈ। ਇਸ ਤੋਂ ਬਾਅਦ ਜਦੋਂ ਤਾਂ ਤੱਕ ਚਿਣਤੀ, ਉਹਨਾਂ ਦੇ ਸਿਰ ਦੇ ਉੱਪਰੋਂ ਨਹੀਂ ਲੰਘੀ। ਇਸ ਤੋਂ ਬਾਅਦ ਉਹਨਾਂ ਉੱਪਰ ਕੰਧ ਡਿੱਗ ਪਈ। ਉਹਨਾਂ ਉੱਪਰ ਬੱਚਾ ਉੱਤੇ ਨੀਹਾਂ ਦੇ ਵਿੱਚ ਚਿਣਕੇ ਨਹੀਂ, ਉਹਨਾਂ ਦੀ ਡੈਥ ਹੋਈ ਸੀ। ਇਤਿਹਾਸਕਾਰਾਂ ਮੁਤਾਬਕ ਨੀਹਾਂ ਦੇ ਵਿੱਚ ਚਿਣਕੇ ਨਹੀਂ ਡੈਥ ਹੋਈ ਸੀ। ਨੀਹਾਂ ਦੇ ਵਿੱਚ ਚਿਣਤੇ ਸੀ ਤਾਂ ਨੀਹਾਂ ਉਹਨਾਂ ਦੇ ਉੱਤੇ ਡਿੱਗ ਪਈਆਂ ਦਮ ਘੁੱਟਣ ਕਰਕੇ, ਠੀਕ ਹੈ। ਅਤੇ ਜਦੋਂ ਉੱਪਰ ਡਿੱਗ ਪਿਆ ਤਾਂ ਉਹ ਜ਼ਖਮੀ ਹੋ ਗਏ ਅਤੇ ਅਧਮਰੇ ਹੋ ਗਏ ਸਾਹਿਬਜ਼ਾਦੇ। ਅਤੇ ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਵਜ਼ੀਰ ਖਾਨ ਸੀ ਉੱਥੋਂ ਦੇ ਇੱਕ ਮੁਸਲਮਾਨ ਸੀ ਅਪਰਾਧੀ, ਉਹਨਾਂ ਨੂੰ ਕਹਿੰਦਾ ਕਿ ਜੇ ਤੁਸੀਂ ਆਹ ਸਾਹਿਬਜ਼ਾਦਿਆਂ ਨੂੰ ਮਾਰ ਦੋਗੇ, ਠੀਕ ਹੈ, ਜਿਹੜੇ ਸਹਿਕਦੇ ਮਾੜੇ ਮੋਟੇ, ਕਿ ਜੇ ਤੁਸੀਂ ਸਾਹਿਬਜ਼ਾਦਿਆਂ ਨੂੰ ਮਾਰ ਦੋਗੇ ਤਾਂ ਤੁਹਾਡੇ ਦੇ ਜਿੰਨੇ ਵੀ ਕੇਸ ਆ ਉਹ ਸਾਰੇ ਅਸੀਂ ਫ੍ਰੀ ਕਰ ਦਾਂਗੇ ਤੁਹਾਨੂੰ। ਉਹਨਾਂ ਨੇ ਕੀ ਕੀਤਾ, ਜਿਹੜੇ ਉਹ ਜਮਦੂਤ ਸੀ, ਉਹ ਸੀ ਮੁਸਲਮਾਨ ਸੀ ਦੂਸਰੇ ਮਾਰਨ ਵਾਲੇ, ਉਹਨਾਂ ਨੇ ਕੀਤਾ, ਉਹਨਾਂ ਸ਼ਾਹ ਰਗ ਵੜਤੀ ਉਹਨਾਂ ਦੀ ਸਾਹਿਬਜ਼ਾਦਿਆਂ ਦੀ, ਠੀਕ ਹੈ। ਛੋਟੇ ਛੋਟੇ ਬੱਚੇ ਸੀ ਜਿਹੜੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦੇ ਆਪਣੇ ਦੇ, ਅਤੇ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਸ਼ਾਹ ਰਗ ਵੜਤੀ ਅਤੇ ਜਿਹਦੇ ਕਰਕੇ ਉਹਨਾਂ ਨੂੰ ਸਾਹ ਆਉਣਾ ਬੰਦ ਹੋ ਗਿਆ ਅਤੇ ਗਲਾ ਕੱਟ ਕੇ ਉਹਨਾਂ ਦੀ ਹੱਤਿਆ ਕਰਤੀ, ਦੋਨਾਂ ਦੀ ਸ਼ਹੀਦ ਕਰਤੇ ਦੋਨੇ ਸਾਹਿਬਜ਼ਾਦੇ, ਠੀਕ ਹੈ ਜੀ। ਇਹ ਸਾਰਾ ਕੁਛ ਜਿਹੜਾ ਸਲਾਹਾਂ ਦੇ ਰਿਹਾ ਸੀ ਵਜ਼ੀਰ ਖਾਨ ਦੇ ਰਿਹਾ ਸੀ, ਇਹਦਾ ਬਦਲਾ ਫਿਰ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਨੇ ਲਿੱਤਾ ਸੀ। ਓਕੇ ਜੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਦੋਂ ਸ਼ਹੀਦ ਕੀਤਾ ਗਿਆ? ਬਾਬਾ ਬੰਦਾ ਸਿੰਘ ਬਹਾਦਰ ਨੂੰ 1716 ਦੇ ਵਿੱਚ ਸ਼ਹੀਦ ਕੀਤਾ ਸੀ। ਕਿਹਨੇ ਸ਼ਹੀਦ ਕੀਤਾ ਸੀ? ਫਰਖਸ਼ੀਅਰ ਨੇ। ਫਰਖਸ਼ੀਅਰ ਨੇ ਸ਼ਹੀਦ ਕੀਤਾ ਸੀ ਅਤੇ ਇਹਨਾਂ ਦੇ ਬੱਚੇ ਦਾ ਦਿਲ ਕੱਢ ਕੇ ਇਹਨਾਂ ਦੇ ਮੂੰਹ 'ਚ ਪਾਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ। ਅਤੇ
ਜਿਹੜੇ ਇਹਨਾਂ ਦੇ ਬੱਚੇ ਦੇ ਟੁਕੜੇ ਸੀ ਉਹ ਇਹਨਾਂ ਦੀ ਵਾਈਫ ਦੇ ਗਲ 'ਚ ਪਾਤੇ ਸੀ, ਪਤਨੀ ਦੇ ਗਲ ਵਿੱਚ। ਇੰਨਾ ਅਤਿਆਚਾਰ ਕੀਤਾ ਸੀ ਇਹਨਾਂ ਨੇ, ਮੁਗਲਾਂ ਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਪੱਕਾ ਟਿਕਾਣਾ ਕਿਸ ਸਥਾਨ 'ਤੇ ਬਣਾਇਆ ਸੀ? ਇਹਨਾਂ ਨੇ ਆਪਣਾ ਪੱਕਾ ਟਿਕਾਣਾ ਮੁਗਲੀਸਰ ਬਣਾਇਆ ਸੀ। ਮੁਖਲੀਸਰ, ਮੁਖਲੀਸਰ ਕਿੱਥੇ ਹੈ ਬੱਚੋ? ਹਰਿਆਣੇ ਦੇ ਵਿੱਚ ਹੈ। ਅਤੇ ਜਿਹੜੇ ਰਾਜਧਾਨੀ ਵੀ ਆਪਣੀ ਮੁਖਲੀਸਰ ਨੂੰ ਹੀ ਬਣਾਇਆ ਸੀ। ਮੁਗਲੀਸਰ ਦਾ ਨਾਮ ਬਦਲ ਕੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਰੱਖਤਾ ਸੀ? ਲੋਹਗੜ੍ਹ। ਠੀਕ ਹੈ। 1710 ਅਤੇ 1715 ਦੇ ਵਿੱਚ ਬਾਬਾ ਬੰਦਾ ਸਿੰਘ ਨੇ ਆਪਣੀ ਰਾਜਧਾਨੀ ਕਿਸ ਰਾਜ ਨੂੰ ਬਣਾਇਆ? ਲੋਹਗੜ੍ਹ। ਠੀਕ ਹੈ, ਲੋਹਗੜ੍ਹ ਨੂੰ ਬਣਾਇਆ ਸੀ। ਲੋਹਗੜ੍ਹ ਦਾ ਕੀ ਨਾਂ ਸੀ? ਮੁਖਲੀਸਰ। ਵੀਅਰਡ ਮਦਰ ਟਰੇਸਾ, ਵੀਅਰਡ ਬਣੀ ਹੁੰਦੀ ਦਾੜੀ ਵਾਲੀ ਮਦਰ ਟਰੇਸਾ ਕਿਸ ਨੂੰ ਕਿਹਾ ਜਾਂਦਾ ਹੈਗਾ? ਇਹ ਕਿਹਾ ਜਾਂਦਾ ਭਗਤ ਪੂਰਨ ਸਿੰਘ ਨੂੰ। ਲਾਲਾ ਲਾਜਪਤ ਰਾਏ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਲਾਲਾ ਲਾਜਪਤ ਨੂੰ ਜਾਣਿਆ ਜਾਂਦਾ ਪੰਜਾਬ ਕੇਸਰੀ। ਜਦੋਂ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਸੀ, ਸਾਈਮਨ ਕਮਿਸ਼ਨ 1928 ਦੇ ਵਿੱਚ ਆਇਆ ਸੀ। 1928 ਦੇ ਵਿੱਚ ਜੋ ਸਾਈਮਨ ਕਮਿਸ਼ਨ ਆਇਆ ਸੀ, ਜਿਹਨੂੰ ਵਾਈਟਮੈਨ ਕਮਿਸ਼ਨ ਵੀ ਕਹਿ ਦਿੰਦੇ ਆ, ਅਤੇ ਉਹਦਾ ਕੀ ਕਰਦੇ ਸੀ? ਆਪਣੇ ਲਾਲਾ ਲਾਜਪਤ ਰਾਏ ਜੀ ਵਿਰੋਧ ਕਰ ਰਹੇ ਸੀ, ਤਾਂ ਉਦੋਂ ਇਹਨਾਂ ਦੇ ਸਿਰ ਦੇ ਵਿੱਚ ਲਾਠੀਆਂ ਮਾਰ ਕੇ ਇਹਨਾਂ ਨੂੰ ਸ਼ਹੀਦ ਕਰਤਾ ਸੀ। ਉੜਦਾ ਸਿੱਖ ਕਿਸ ਨੂੰ ਕਿਹਾ ਜਾਂਦਾ? ਉੜਦਾ ਸਿੱਖ ਕਿਹਾ ਜਾਂਦਾ ਜੀ ਮਿਲਖਾ ਸਿੰਘ ਨੂੰ। ਅਤੇ ਜਿਹੜੇ ਬੱਚਿਆਂ ਨੇ ਮਿਲਖਾ ਸਿੰਘ ਦੀ ਜੀਵਨ ਦੇ ਬਾਰੇ ਸਾਰੀਆਂ ਇਹਨਾਂ ਦੀਆਂ ਜਾਣਕਾਰੀਆਂ, ਜਿਹੜੇ ਨੇ ਮੈਡਲ ਜਿੱਤਿਆ, ਕਿਹੜੇ ਰੇਸਾਂ ਦੇ ਵਿੱਚ ਨੇ ਹਿੱਸਾ ਲਿੱਤਾ, ਉਹਦੀ ਸਾਰੀ ਵੀਡੀਓ ਆਪਣੀ ਇਹ ਪਈ ਆ ਭਾਈ ਆਪਣੇ ਚੈਨਲ 'ਤੇ, ਉਹ ਦੇਖ ਲਓ ਜਾ ਕੇ। ਉਹਦੇ ਵਿੱਚ 100% ਪ੍ਰੈਸ਼ਨ ਆਉਣ ਦੇ ਚਾਂਸ ਹੈਗੇ। ਠੀਕ ਹੈ, 100% ਕੀ ਆਊਗਾ ਉਹਦੇ 'ਚ ਪੇਪਰ। ਉੜਦਾ ਸਿੱਖ ਕਿਸ ਨੂੰ ਕਿਹਾ ਜਾਂਦਾ? ਮਿਲਖਾ ਸਿੰਘ ਨੂੰ। ਚੰਡੀਗੜ੍ਹ ਦਾ ਨਕਸ਼ਾ ਕਿਸ ਨੇ ਬਣਾਇਆ ਸੀ? ਜਿਹੜਾ ਆਪਾਂ ਜਾਂਦੇ ਹਾਂ ਚੰਡੀਗੜ੍ਹ ਦੇ ਵਿੱਚ, ਆਪਾਂ ਦੇਖਦੇ ਕਿ ਕਿੰਨੀ ਵਧੀਆ ਕਾਰਗੁਜ਼ਾਰੀ ਕਰੀ ਹੋਈ ਹੈ, ਕਿੰਨਾ ਵਧੀਆ ਆਰਕੀਟੈਕਚਰ ਬਣਾਇਆ ਹੋਇਆ ਹੈਗਾ, ਹੈ ਨਾ। ਸਾਰੇ ਚੌਂਕ ਇੱਕੋ ਜਿਹਾ, ਇੰਨੀ ਸਫਾਈ ਹੈ। ਉਹ ਸਾਰਾ ਕੁਛ ਕਿਹਨੇ ਬਣਾਇਆ ਸੀ? ਉਹ ਬਣਾਇਆ ਸੀ ਬੱਚੋ ਲੀ ਕੋਰਬੂਸਰ ਨੇ। ਕਿੱਥੋਂ ਦਾ ਸੀ ਇਹ ਹੈਗਾ ਸੀ ਫਰਾਂਸ ਦਾ। ਓਕੇ ਜੀ। ਫਰਾਂਸ ਦੀ ਰਾਜਧਾਨੀ ਕੀ ਹੈ? ਦੱਸੋ ਤੁਸੀਂ, ਇੰਨਾ ਚੰਗੀ ਤਰ੍ਹਾਂ ਤੁਹਾਨੂੰ ਕਰਵਾਇਆ ਵਾ ਮੈਂ। ਕਮੈਂਟ ਦੇ ਵਿੱਚ ਦੱਸੋ ਮੈਨੂੰ ਫਰਾਂਸ ਦੀ ਰਾਜਧਾਨੀ ਕੀ ਹੈ। ਇਸ ਤੋਂ ਬਾਅਦ ਮਹਾਭਾਰਤ ਅਤੇ ਰਾਮਾਇਣ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ? ਪਚਨੰਦ। ਠੀਕ ਹੈ, ਮਹਾਭਾਰਤ ਅਤੇ ਰਾਮਾਇਣ ਦੇ ਵਿੱਚ ਇਹਨੂੰ ਪਚਨੰਦ ਕਿਹਾ ਜਾਂਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਸ ਨੇ ਸ਼ਹੀਦ ਕੀਤਾ ਸੀ? ਫਿਰੋਕਸ਼ੀਆ ਨੇ। ਤੁਹਾਨੂੰ ਪਹਿਲੀ ਕਰਵਾ ਗਿਆ ਸੀ ਮੈਂ 1716 ਦੇ ਵਿੱਚ। ਜ਼ਕਰੀਆ ਖਾਂ ਪੰਜਾਬ ਦਾ ਗਵਰਨਰ ਕਦੋਂ ਬਣਿਆ? ਜ਼ਕਰੀਆ ਖਾਂ ਪੰਜਾਬ ਦਾ ਗਵਰਨਰ ਬਣਿਆ ਸੀ 1726 ਦੇ ਵਿੱਚ। ਇਹ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ। ਜੇ ਪੰਜਾਬ ਜੀਕੇ ਦੇ ਵਿੱਚ ਉਹਨੇ ਪ੍ਰਸ਼ਨ ਚੱਕਣੇ ਹੋਏ, ਇਹੋ ਜਿਹੇ ਪ੍ਰਸ਼ਨ ਚੱਕਣਗੇ ਉਹ। ਓਕੇ। ਨਾਦਰ ਸ਼ਾਹ ਨੇ ਪੰਜਾਬ 'ਤੇ ਕਦੋਂ ਹਮਲਾ ਕੀਤਾ? ਨਾਦਰ ਸ਼ਾਹ ਨੇ ਪੰਜਾਬ 'ਤੇ ਹਮਲਾ ਕੀਤਾ ਸੀ 1738 ਦੇ ਵਿੱਚ। ਓਕੇ ਜੀ। ਮੀਰ ਮੰਨੂ ਨੂੰ ਪੰਜਾਬ ਦਾ ਗਵਰਨਰ ਕਦੋਂ ਬਣਾਇਆ? ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਆ ਭਾਈ। ਮੀਰ ਮੰਨੂ ਨੂੰ ਬਣਾਇਆ ਸੀ 1738 ਦੇ ਵਿੱਚ। ਤਾਂ ਕਰਕੇ ਕਹਿੰਦਾ ਨਾ ਬੰਨ ਲੈਂਦਾ ਪ੍ਰਸ਼ਨ ਯਾਦ ਕਰੋਗੇ, ਤੁਹਾਡੇ ਡੇਟਾ ਵੀ ਯਾਦ ਰਹਿਣਗੀਆਂ। ਜੇ ਤੁਸੀਂ ਆਪਸ਼ਨ ਵਾਲੇ ਚੱਕਰਾਂ 'ਚ ਪੈ ਗਏ ਤਾਂ ਮੈਂ ਲਿਖ ਕੇ ਦੇਣ ਨੂੰ ਚਾਹੁੰਦਾ, ਪੇਪਰ ਦੇ ਵਿੱਚ ਜਾ ਕੇ ਉਲਝੋਗੇ। ਜੇ ਤੁਹਾਨੂੰ ਟੈਸਟ ਪਾਊਂਗਾ ਉਦੋਂ ਤੁਹਾਨੂੰ ਮੈਂ 4 ਆਪਸ਼ਨਾਂ 'ਚ ਪਾ ਦਿਆ ਕਰੂੰਗਾ। ਅਤੇ ਇਸ ਤੋਂ ਬਾਅਦ ਦਲ ਖਾਲਸਾ ਕਦੋਂ ਬਣਿਆ? ਦਲ ਖਾਲਸਾ ਬਣਿਆ ਸੀ 1748 ਦੇ ਵਿੱਚ। ਦੇਖੋ ਜਿਹੜੇ ਦਲ ਖਾਲਸਾ ਦੇ ਵਿੱਚ ਬਣਾਉਣ ਦੀ ਲੋੜ ਕਿਉਂ ਪਈ? ਜਦੋਂ 1739 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ, ਸ਼ਹੀਦ ਹੋ ਗਏ ਸੀ ਮਹਾਰਾਜਾ ਰਣਜੀਤ ਸਿੰਘ ਜੀ। ਉਸ ਤੋਂ ਬਾਅਦ ਉਹਨਾਂ ਦੀ ਗੱਦੀ 'ਤੇ ਉਹਨਾਂ ਦਾ ਪੁੱਤਰ ਬਹਿ ਗਿਆ। ਠੀਕ ਹੈ ਜੀ, ਉਹਨਾਂ ਦਾ ਪੁੱਤਰ ਬਹਿ ਗਿਆ ਸੀ ਮਹਾਰਾਜਾ ਦਲੀਪ ਸਿੰਘ। ਠੀਕ ਹੈ, ਪਰ ਉਹਨਾਂ ਨੂੰ ਅੰਗਰੇਜ਼ਾਂ ਨੇ ਸ਼ਾਸਨ ਨਹੀਂ ਕਰਨ ਦਿੱਤਾ। ਜੋ ਸ਼ਾਸਨ ਨਹੀਂ ਕਰਨ ਦਿੱਤਾ, ਅਤੇ ਭਾਈ 1700 ਇਸ ਤੋਂ ਬਾਅਦ ਕੀ ਹੋ ਗਿਆ? ਐਂਗਲੋ ਵਾਰਾਂ ਵੀ ਹੋਈਆਂ ਆਪਣੀਆਂ। ਠੀਕ ਹੈ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰੂੰਗਾ ਕੱਲ੍ਹ ਨੂੰ। ਐਂਗਲੋ ਵਾਰਾਂ ਕਦੋਂ ਹੋਈਆਂ ਸੀ, ਕਦੋਂ ਨਹੀਂ ਹੋਈਆਂ ਸੀ, ਕੀ ਹੋਇਆ ਸੀ। ਅਤੇ ਉਹ ਐਂਗਲੋ ਵਾਰਾਂ ਕਰਕੇ ਨਾ 2 ਦਲ ਬਣ ਗਏ ਸੀ ਦਲ ਖਾਲਸਾ ਦੇ। ਇੱਕ ਤਾਂ ਹੈਗਾ ਸੀ ਬੁੱਢਾ ਦਲ, ਇੱਕ ਹੈਗਾ ਸੀ ਤਰੁਨਾ ਦਲ। ਠੀਕ ਹੈ, ਦਲੀਪ ਸਿੰਘ ਸੀ, ਜਦੋਂ ਮਹਾਰਾਜਾ ਦਲੀਪ ਸਿੰਘ ਬਹਿ ਗਿਆ ਸੀ, ਇਹਨੂੰ ਅੰਗਰੇਜ਼ਾਂ ਨੇ ਸ਼ਾਸਨ ਨਹੀਂ ਕਰਨ ਦਿੱਤਾ, ਅਤੇ ਆਪਣੇ ਇਹ ਬਹਿ ਗਏ ਸੀ ਗੱਦੀ 'ਤੇ। ਠੀਕ ਹੈ, ਇਹ ਤੋਂ ਬਾਅਦ ਕੀ ਹੋਇਆ? ਦਲ ਖਾਲਸਾ ਬਣਾ ਲਿਆ। ਦਲ ਖਾਲਸਾ ਜਦੋਂ ਬਣ ਗਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਆਪਣਾ ਸਥਿਤੀ ਸੋ ਬਹੁਤ ਬੁਰੀ ਤਰ੍ਹਾਂ ਵਿਗੜ ਗਈ। ਠੀਕ ਹੈ, ਅੰਗਰੇਜ਼ਾਂ ਨੇ ਸਾਰਾ ਕੰਮ ਆਪਦੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰ ਲਈ। ਅਤੇ 1844 ਦੇ ਵਿੱਚ ਪਹਿਲੀ ਸਿੱਖ ਐਂਗਲੋ ਵਾਰ ਹੋਈ ਸੀ। 1848 ਅਤੇ 49 ਦੇ ਵਿੱਚ ਦੂਸਰੀ ਐਂਗਲੋ ਵਾਰ ਹੋਈ ਸੀ। ਠੀਕ ਹੈ, ਅਤੇ ਜਿਹੜਾ ਦਲ ਖਾਲਸਾ ਸੀ 2 ਭਾਗਾਂ 'ਚ ਵੰਡਿਆ ਗਿਆ ਸੀ। ਇੱਕ ਤਾਂ ਹੈਗਾ ਸੀ ਬੁੱਢਾ ਦਲ, ਇੱਕ ਹੈਗਾ ਸੀ ਤਰੁਨਾ ਦਲ। ਇਹ ਪ੍ਰਸ਼ਨ ਆ ਸਕਦਾ ਕਿ ਦਲ ਖਾਲਸਾ ਕਿੰਨੇ ਭਾਗਾਂ 'ਚ ਵੰਡਿਆ ਗਿਆ ਸੀ? ਬੁੱਢਾ ਦਲ ਤਾਂ ਉਹ ਸੀ ਜਿਹਦੇ ਵਿੱਚ 40 ਸਾਲ ਤੋਂ ਉੱਪਰ ਦੇ ਉਹ ਸੀ ਬੰਦੇ ਸੀ। ਠੀਕ ਹੈ, ਅਤੇ ਤਰੁਨਾ ਦਲ ਉਹ ਸੀ ਜਿਹਦੇ ਵਿੱਚ 40 ਸਾਲ ਤੋਂ ਘੱਟ ਦੇ ਨੌਜਵਾਨ ਵਰਗ ਦੇ ਬੰਦੇ ਸੀ। ਠੀਕ ਹੈ, ਇਹ ਕਿਹੜੀ ਵਿਧੀ ਅਪਣਾਉਂਦੇ ਸੀ ਲੜਨ ਦੇ ਵੇਲੇ? ਗੁਰੀਲਾ ਵਿਧੀ ਅਪਣਾਉਂਦੇ ਸੀ। ਹੁਣ ਤੁਸੀਂ ਸੁਣਿਆ ਹੋਊਗਾ ਕਿ ਮਿੱਤਰਾਂ 'ਚ ਚੱਲਦੀ ਗੁਰੀਲਾ ਵਾਰ ਨਹੀਂ ਕੀਤੀ, ਨਹੀਂ ਸੁਣਿਆ ਤੁਸੀਂ ਉਹਦਾ? ਆਪਣੇ ਦਾ ਅੰਮ੍ਰਿਤ ਮਾਨ ਦਾ ਮਿੱਤਰਾਂ 'ਚ ਚੱਲਦੀ ਗੁਰੀਲਾ ਵਾਰ ਨਹੀਂ, ਉਹ ਗੁਰੀਲਾ ਵਾਰ ਬੁੱਢਾ ਦਲ ਨੇ ਬਣਾਈ ਸੀ। ਠੀਕ ਹੈ, ਤਰੁਨਾ ਦਲ ਅਤੇ ਬੁੱਢਾ ਦਲ। ਠੀਕ ਹੈ, ਇਹਨਾਂ ਨੇ ਬਣਾਈ ਸੀ। ਇਹ ਕੀ ਕਰਦੇ ਸੀ? ਗਰੀਲੇ ਵਾਂਗੂ ਲੁੱਕ ਕੇ ਹਨੇਰੇ ਦੇ ਵਿੱਚ ਵਾਰ ਕਰਦੇ ਸੀ ਅੰਗਰੇਜ਼ਾਂ 'ਤੇ। ਠੀਕ ਹੈ, ਜਦੋਂ ਇਹਨੂੰ ਜੰਗਲਾਂ ਦੇ ਅੰਗਰੇਜ਼ਾਂ ਨੇ ਕਹਿੰਦਾ ਸੀ ਕਿ ਜਿਹੜੇ ਇਹ ਆਪਣੇ
ਸਿੱਖ ਹੈ ਇਹਨਾਂ ਨੂੰ ਜੰਗਲਾਂ ਦੇ ਵਿੱਚੋਂ ਜੰਗਲਾਂ 'ਚ ਲੁਕ ਗਏ ਸੀ ਜਾ ਕੇ ਜੰਗਲਾਂ 'ਚੋਂ ਭਾਲ ਭਾਲ ਕੇ ਇਹਨਾਂ ਨੂੰ ਖਤਮ ਕਰ ਦਿਓ। ਤਾਂ ਕਰਕੇ ਉਦੋਂ ਇਹਨਾਂ ਨੇ ਇਹ ਵਿਧੀ ਅਪਣਾਈ ਸੀ ਕਿ ਗਰੀਲਾ ਵਿਧੀ ਦੇ ਅਨੁਸਾਰ ਇਹ ਰਾਤ ਨੂੰ ਲੁਕ ਕੇ ਗਰੀਲੇ ਵਾਂਗੂ ਦਰਖਤਾਂ ਨੂੰ ਲੰਘ ਕੇ ਵਾਰ ਕਰਦੇ ਸੀ ਉਹਨਾਂ 'ਤੇ। ਠੀਕ ਹੈ। ਇਸ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਕਿਦੋਂ ਜਿੱਤਿਆ? ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਜਿੱਤਿਆ ਸੀ ਭਾਈ 1799 ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਕਿਦੋਂ ਜਿੱਤਿਆ? ਅੰਮ੍ਰਿਤਸਰ ਨੂੰ ਜਿੱਤਿਆ ਸੀ 1802 ਦੇ ਵਿੱਚ। ਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਕਿਹੜੀ ਸੀ? ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਹੈਗੀ ਸੀ ਪਰ ਲਾਹੌਰ, ਜਿਸ ਨੂੰ ਲਾਹੌਰ ਦਰਬਾਰ ਵੀ ਕਿਹਾ ਜਾਂਦਾ ਸੀ ਉਹ ਟਾਈਮ ਦੇ ਵਿੱਚ ਇਹਨੂੰ। ਅੰਮ੍ਰਿਤਸਰ ਦੀ ਸੰਧੀ 1809 ਦੇ ਵਿੱਚ ਹੋਈ ਸੀ। ਠੀਕ ਹੈ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਤਾਜ ਕਦੋਂ ਪਹਿਨਾਇਆ ਗਿਆ? ਕਿਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਾਜ ਪਹਿਨਾਇਆ ਗਿਆ? ਉਦੋਂ ਇਹਨਾਂ ਨੂੰ ਮਹਾਰਾਜ ਦੀ ਇੱਕ ਪੋਸਟ ਮਿਲ ਗਈ ਚੰਗੀ ਤਰ੍ਹਾਂ ਨਾਲ। ਠੀਕ ਹੈ। ਇਹ ਹੋਇਆ ਸੀ ਵੀ 12 ਅਪ੍ਰੈਲ 1801, ਡੇਟਾਂ ਯਾਦ ਰੱਖਣੀਆਂ। 12 ਅਪ੍ਰੈਲ 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਤਾਜ ਪਹਿਨਾਇਆ ਗਿਆ। ਓਕੇ ਜੀ। ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸਨ? ਮਹਾਰਾਜਾ ਰਣਜੀਤ ਸਿੰਘ ਸੰਬੰਧ ਸਨ ਸ਼ੁਕਰ ਚੱਕੀਆ ਮਿਸਲ ਨਾਲ। ਠੀਕ ਹੈ। ਇਹਦੇ ਪਿਤਾ ਦਾ ਨਾਮ ਮਹਾ ਸਿੰਘ ਸੀ। ਅਤੇ ਆਪ ਹੀ ਯਾਦ ਕਰ ਲਿਓ 25 ਪ੍ਰਸ਼ਨ ਹੈ ਅਤੇ ਤੁਹਾਨੂੰ ਡੇਲੀ ਇੱਕ ਅੱਧਾ ਦਿਨ ਛੱਡ ਕੇ 25 ਪ੍ਰਸ਼ਨ ਮਿਲ ਜਾ ਕਰਨਗੇ, ਤੁਹਾਡੀ ਰਿਵੀਜ਼ਨ ਵੀ ਹੋਈ ਜਾਊਗੀ ਨਾਲ ਦੀ ਨਾਲ। ਠੀਕ ਹੈ। ਅਤੇ ਬੱਚਿਓ ਆਪਸ਼ਨਾਂ 'ਤੇ ਜ਼ਿਆਦਾ ਯਕੀਨ ਨਾ ਰੱਖਿਆ ਕਰੋ। ਤੁਸੀਂ ਵਨ ਲਾਈਨਰ ਪ੍ਰਸ਼ਨ ਪੜ੍ਹਨ ਦੀ ਕੋਸ਼ਿਸ਼ ਕਰੋ। ਜਿੰਨਾ ਤੁਸੀਂ ਵਨ ਲਾਈਨਰ 'ਤੇ ਜ਼ੋਰ ਲਾਓਗੇ ਨਾ ਉਨੇ ਤੁਸੀਂ ਵਧੀਆ ਰਹੋਗੇ, ਉਨੀ ਚੰਗੀ ਤਰ੍ਹਾਂ ਤੁਹਾਡੀ ਚੀਜ਼ ਯਾਦ ਹੋ ਜੂਗੀ। ਦੂਸਰੀ ਗੱਲ ਮੈਂ ਇਹ ਕਰਨੀ ਸੀ ਭਾਈ, ਅੱਜ ਮੈਂ ਲੈਕਚਰ ਲਾਇਆ ਸੀ ਕੈਲੰਡਰ ਦਾ ਲੈਕਚਰ ਲਾਇਆ ਸੀ ਅੱਜ ਮੈਂ, ਅਤੇ ਅੱਧੇ ਬੱਚਿਆਂ ਨੂੰ ਉਹ ਸਮਝ ਨਹੀਂ ਆਇਆ। ਠੀਕ ਹੈ ਜੀ। ਜਿਹੜੇ ਬੱਚਿਆਂ ਨੂੰ ਕੈਲੰਡਰ ਦਾ ਲੈਕਚਰ ਸਮਝ ਨਹੀਂ ਆਇਆ ਪੁੱਤਰੋ, ਟੈਨਸ਼ਨ ਨਾ ਲਓ, ਉਹ ਕੈਲੰਡਰ ਦਾ ਲੈਕਚਰ ਮੈਂ ਤੁਹਾਡਾ ਅੱਜ ਕੱਲ੍ਹ ਨੂੰ ਲਾ ਦੂੰਗਾ ਦੁਬਾਰਾ ਫੇਰ। ਠੀਕ ਹੈ। ਦੁਬਾਰਾ ਫੇਰ ਲਾ ਦੂੰਗਾ ਕੈਲੰਡਰ ਦਾ ਲੈਕਚਰ। ਇਸ ਤੋਂ ਬਾਅਦ ਆਪਾਂ ਕਲੌਕ ਕਰਾਂਗੇ। ਓਕੇ। ਅਤੇ ਰੀਜ਼ਨਿੰਗ ਦਾ ਆਪਣਾ ਕੰਪਲੀਟ ਸਿਲੇਬਸ ਲਗਭਗ ਕੰਪਲੀਟ ਹੋਇਆ ਪਿਆ। ਰੀਜ਼ਨਿੰਗ ਦਾ ਤਾਂ ਕੋਈ ਏਡੀ ਵੱਡੀ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ ਰੇਸ਼ੋ 'ਤੇ ਵੀ ਬਸ ਆਪਾਂ 2 ਦਿਨ ਹੋਰ ਲਾਵਾਂਗੇ। 2 ਦਿਨ ਲਾ ਕੇ ਰੇਸ਼ੋ 'ਤੇ ਬਸ ਫਿਰ ਆਪਾਂ ਪ੍ਰੋਫਿਟ ਲੋਸ ਅਤੇ ਪਰਸੈਂਟੇਜ ਇਹ ਸਾਰੀਆਂ ਗਾਈਆਂ ਕਰਾਂਗੇ। ਓਕੇ। ਅਤੇ ਇੱਕ ਤਾਂ ਇਹ ਗੱਲ ਕਰਨੀ ਸੀ ਮੈਂ, ਇੱਕ ਹੋਰ ਕੀ ਗੱਲ ਕਰਨੀ ਸੀ, ਹਾਂਜੀ ਸੱਚ, ਉਹ ਅੱਧੇ ਬੱਚੇ ਕਹਿੰਦੇ ਸੀ ਸਰ ਜਿਹੜਾ ਤੁਸੀਂ ਅੱਜ ਕਰਵਾਇਆ ਹੈਗਾ ਗ੍ਰਹਿਾਂ ਵਾਲਾ ਵਾਯੂਮੰਡਲ, ਸੌਰ ਮੰਡਲ, ਸੱਚ ਸੌਰ ਮੰਡਲ ਕਰਵਾਇਆ ਕਿ ਉਹਦਾ ਸਿਲੇਬਸ ਦੇ ਵਿੱਚ ਹੈ ਨਹੀਂ ਪੁੱਤਰੋ। ਜਦੋਂ ਉਹਨਾਂ ਨੇ ਜੋਗਰਾਫੀ ਲਿਖਤਾ, ਠੀਕ ਹੈ, ਜਦੋਂ ਜੋਗਰਾਫੀ ਲਿਖਤਾ ਤਾਂ ਜੋਗਰਾਫੀ ਦਾ ਪਾਰਟ ਹੀ ਇਹ ਵੀ ਹੁਣ ਇੱਕ ਜੋਗਰਾਫੀ ਵੀ 2 ਭਾਗਾਂ ਦੇ ਵਿੱਚ ਵੰਡੀ ਹੋਈ ਹੈ ਕਿ ਵਾਯੂਮੰਡਲ ਦੇ ਵਿੱਚ ਵੀ ਜੋਗਰਾਫੀ ਆ ਜਾਂਦੀ ਹੈ ਆਪਣੀ, ਇੱਧਰ ਵੀ ਜੋਗਰਾਫੀ ਆ ਜਾਂਦੀ ਹੈ। ਜਿਵੇਂ ਨਹਿਰਾਂ ਹੋ ਗਈਆਂ, ਆਪਣੀਆਂ ਨਦੀਆਂ ਹੋ ਗਈਆਂ, ਠੀਕ ਹੈ, ਆਪਣਾ ਖੇਤਰਫਲ ਹੋ ਗਿਆ, ਕਿੰਨੇ ਗਵਾਂਢੀ ਦੇਸ਼ ਹੈ, ਟ੍ਰੋਪਿਕਲ ਕੈਂਸਰ ਕਿੱਥੋਂ ਲੰਘਦੀ ਹੈ, ਮਕਰ ਰੇਖਾ ਕਿੱਥੋਂ ਲੰਘਦੀ ਹੈ, ਕਰਕ ਰੇਖਾ ਕਿੱਥੋਂ ਲੰਘਦੀ ਹੈ, ਗਵਾਂਢੀ ਦੇਸ਼ ਕਿਹੜੇ ਹੈ, ਠੀਕ ਹੈ, ਅਤੇ ਸਿਰੇ 'ਤੇ ਕਿਹੜਾ ਦੇਸ਼ ਹੈ, ਕਿੰਨੇ ਡਿਗਰੀ ਦਾ ਐਂਗਲ ਬਣਦਾ, ਇਹ ਸਾਰੀਆਂ ਚੀਜ਼ਾਂ ਇਹ ਵੀ ਵਿੱਚ ਹੀ ਆ ਜਾਂਦੀਆਂ ਨੇ ਇਹਦੇ ਜੋਗਰਾਫੀ ਦੇ। ਠੀਕ ਹੈ। ਤਾਂ ਇਹਨਾਂ ਘਬਰਾਇਆ ਨਾ ਕਰੋ। ਦੇਖੋ ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਮੱਥਾ ਮਾਰਨ ਦਾ ਬਿਨਾਂ ਗੱਲ ਤੋਂ ਪੁੱਤਰੋ, ਕਿ ਬਿਨਾਂ ਗੱਲ ਤੋਂ ਤੁਹਾਨੂੰ ਗਲਤ ਚੀਜ਼ਾਂ ਪੜ੍ਹਾਈ ਜਾਵਾਂ ਜਿਹੜੇ ਪੇਪਰ ਦੇ ਪੁਆਇੰਟ ਹੋਵੇ ਉਹ ਤੋਂ ਮਹੱਤਵਪੂਰਨ ਨਹੀਂ ਹੈਗੀਆਂ। ਪਰ ਜੋ ਕਿ ਮੈਂ ਦੇਖਿਆ ਹੈਗਾ ਕਿ ਗ੍ਰਹਿਾਂ ਵਾਲੇ ਦੇ ਜੋ ਆਪਰੇਸ਼ਨ ਪਾ ਦਿੰਦੇ ਹੁੰਦੇ ਆ ਆਪਣੇ ਵਾਸਤੇ, ਇੱਕ ਨੰਬਰ ਸਹਾਈ ਹੈਗਾ। ਠੀਕ ਹੈ। ਅਤੇ 1 ਨੰਬਰ ਦੀ ਮੈਟ ਬਣਦੀ ਹੁੰਦੀ ਹੈ, ਪੁਆਇੰਟਾਂ 'ਤੇ ਵੀ ਮੈਟ ਬਣ ਜਾਂਦੀ ਹੈ, ਪੁਆਇੰਟਾਂ 'ਤੇ ਵੀ। ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਕਾਨੂੰਗੋ ਦਾ ਪੇਪਰ ਦਿੱਤਾ ਸੀ, ਉਹਦੇ ਵਿੱਚ ਜਿਹਦੇ ਜ਼ਿਆਦਾ ਨੰਬਰ ਸੀ ਉਹਦੀ ਮੈਟ ਗਈ ਸੀ 92, ਮੇਰੇ ਆਏ ਸੀ ਉਹਦੇ 'ਚੋਂ 87.25 ਨੰਬਰ, 87 ਸੀ ਪਹਿਲੇ 88.25 ਸੀ। ਅਤੇ ਉਹਦੀਆਂ ਵੈਕੈਂਸੀਆਂ ਘਟਾ ਦਿੱਤੀਆਂ ਸੀ ਇਹਨਾਂ ਨੇ, ਮਤਲਬ ਪਹਿਲਾਂ ਦੀਆਂ ਵੈਕੈਂਸੀਆਂ 40+ ਸੀ, ਬਾਅਦ ਵਿੱਚ ਪੇਪਰ ਤੋਂ 1 ਦਿਨ ਪਹਿਲਾਂ ਨੇ ਵੈਕੈਂਸੀਆਂ ਘਟਾ ਕੇ 5 ਕਰ ਦਿੱਤੀਆਂ ਸੀ, ਇਹਦੇ ਵਿੱਚ 2 ਜਰਨਲ ਦੀਆਂ ਸੀ। ਅਤੇ ਉਹ 92, ਇਹਦਾ 92 ਵਾਲਾ ਲੱਗ ਗਿਆ ਮੁੰਡਾ, ਇੱਕ 91.25 ਵਾਲਾ ਲੱਗ ਗਿਆ। ਠੀਕ ਹੈ। 2 ਬੱਚੇ ਲੱਗ ਗਏ ਸੀ ਇਹ। ਇਸ ਤੋਂ ਬਾਅਦ 4-5 ਵੈਕੈਂਸੀਆਂ ਹੋਰ ਹੁੰਦੀਆਂ, ਉਹ 'ਚ ਮੇਰਾ ਨੰਬਰ ਵੀ ਆ ਜਾਂਦਾ ਸੀ। ਠੀਕ ਹੈ। ਤਾਂ ਕਰਕੇ ਹੁੰਦਾ ਕਿ ਪੁਆਇੰਟਾਂ ਦੀ ਕੀ ਚੀਜ਼ਾਂ ਦਾ ਫਰਕ ਰਹਿ ਜਾਂਦਾ ਹੁੰਦਾ ਗਾ ਇੰਨਾ ਹੋਣਾ। ਤਾਂ ਕਰਕੇ ਕਿਸੇ ਵੀ ਚੀਜ਼ ਦਾ ਰਿਸਕ ਨਾ ਲਓ। 3 ਮਹੀਨੇ ਹੈ, 2 ਮਹੀਨੇ ਹੈ, ਆਪਣੇ ਸਰੀਰ ਨੂੰ, ਦਿਮਾਗ ਨੂੰ ਥੋੜ੍ਹਾ ਜਿਹਾ ਕਸ਼ਟ ਲੈ ਲਓ, ਉਦੋਂ ਬਾਅਦ ਵਿਹਲੇ ਹੋ ਜਾਵਾਂ, ਕੁਛ ਨਹੀਂ ਕਰਨਾ ਉਦੋਂ ਬਾਅਦ ਆਪਾਂ। ਠੀਕ ਹੈ। ਅਤੇ ਦਿਲ ਛੋਟਾ ਕਰਨ ਦੀ ਕੋਈ ਲੋੜ ਨਹੀਂ ਪੁੱਤਰੋ, ਸਟੱਡੀ ਕਰੋ ਚੰਗੀ ਤਰ੍ਹਾਂ। ਠੀਕ ਹੈ। ਅਤੇ ਜਿੰਨਾ ਤੁਸੀਂ ਡਿਟੇਲ ਦੇ ਵਿੱਚ ਕਰੋਗੇ ਨਾ ਉਨੇ ਵਧੀਆ ਰਹੋਗੇ। ਮੰਨ ਲਓ ਜੇ ਰੱਬ ਨਾ ਕਰੇ ਤੁਹਾਡੇ ਇਹ ਪੇਪਰ ਕਲੀਅਰ ਨਾ ਹੋਇਆ, ਰੱਬ ਨਾ ਕਰੇ, ਵੈਸੇ ਤਾਂ ਹੋ ਜਾਊਗਾ ਜਦੋਂ ਆਪਾਂ ਇਹਦੀ ਮਿਹਨਤ ਕਰੀ ਜਾਂਦੇ। ਜੇ ਮੰਨ ਲਓ ਕਿਸੇ ਬੱਚੇ ਨਹੀਂ ਵੀ ਹੁੰਦਾ ਤਾਂ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ। ਤੁਹਾਡੀ ਦੇਖੋ ਜਿਹੜਾ ਕੁਛ ਤੁਸੀਂ ਯਾਦ ਕੀਤਾ ਸਾਰਾ ਕੁਛ ਤੁਹਾਡੇ ਦਿਮਾਗ 'ਚ ਹੈ, ਉਹ ਤਾਂ ਕੋਈ ਕੱਢ ਨਹੀਂ ਸਕਦਾ। ਮੈਥ ਨਹੀਂ ਤੁਹਾਡੇ ਦਿਮਾਗ 'ਚੋਂ ਕੱਢ ਸਕਦਾ, ਜੀ ਕੇ ਨਹੀਂ ਕੋਈ ਪੜ੍ਹ ਸਕਦਾ। ਨੌਲੇਜ ਤਾਂ ਤੁਹਾਨੂੰ ਹੈਗੀ ਆ ਨਾ। ਠੀਕ ਹੈ ਨਾ। ਉਹ ਨੌਲੇਜ ਕਰਕੇ ਤੁਸੀਂ ਹੋਰ ਬਹੁਤ ਪੇਪਰ ਆਉਣੇ ਆ, ਹਜੇ 4000 ਵੈਕੈਂਸੀ SSS ਬੋਰਡ ਦੇ ਵਿੱਚ ਆਉਣੀ ਆ, ਕਿਤੇ 100 ਆ ਗਈ, ਕਿਤੇ 200 ਆ ਗਈ, ਕਿਤੇ 500 ਆ ਗਈ, ਵੈਕੈਂਸੀਆਂ ਤਾਂ ਆਉਣਗੀਆਂ ਰਹਿੰਦੀਆਂ ਹੁੰਦੀਆਂ ਹੈਗੀਆਂ। ਤਾਂ ਕਰਕੇ ਪ੍ਰੈਕਟਿਸ ਰੱਖੋ, ਪ੍ਰੈਕਟਿਸ। ਹੁਣ ਤੁਹਾਡਾ ਮੈਨੂੰ ਦੇਖਿਆ ਬਹੁਤ ਬੱਚਿਆਂ ਨੇ ਜਿਹੜੇ ਪਹਿਲੀ ਵਾਰ ਸ਼ੁਰੂ ਕੀਤੇ, ਵਧੀਆ ਬੇਸ ਬਣਿਆ ਪਿਆ ਤੁਹਾਡਾ ਸਾਰਿਆਂ ਦਾ। ਠੀਕ ਹੈ। ਅਤੇ ਇੱਕ ਤਰ੍ਹਾਂ ਨਾਲ ਆਪਦਾ ਬੇਸ ਬਣਾ ਲਓ। ਜਿੰਨਾ ਤੁਸੀਂ ਬੇਸ ਨਾਲ ਚੱਲੋਗੇ ਨਾ ਉਨੇ ਤੁਸੀਂ ਵਧੀਆ ਰਹੋਗੇ। ਜੇ ਹੁਣ ਦੇਖੋ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਮੈਂ ਤਾਂ ਹੁਣ ਨਾ ਪਾਊਂਗਾ ਵੀਡੀਓ ਤਾਂ ਵੀ ਕੋਈ ਚੱਕਰ ਨਹੀਂ। ਪੇਪਰ ਦੇ ਵਿੱਚ ਆ ਗਿਆ ਫਿਰ ਤੁਸੀਂ ਕਹਿਣਾ ਕਿ ਸਾਨੂੰ ਆਹ ਕਰਾਇਆ ਨਹੀਂ ਸੀ, ਤੁਸੀਂ ਪੇਪਰ ਦੇ ਵਿੱਚ ਬਾਹਰੋਂ ਆ ਕੇ ਕਿਉਂ ਨਹੀਂ ਕਰਵਾਇਆ ਤੁਸੀਂ। ਤਾਂ ਕਰਕੇ ਆਪਾਂ ਕਿਸੇ ਵੀ ਚੀਜ਼ ਦਾ ਰਿਸਕ ਨਹੀਂ ਲੈ ਸਕਦੇ। ਦੂਸਰੀ ਗੱਲ ਵੀ ਰਹੀ ਗੱਲ ਆਪਣੀ ਪੋਲੀਟੀ ਦੀ, ਪੋਲੀਟੀ ਦਾ ਲੈਕਚਰ ਮੈਂ ਸ਼ਾਮ ਤੱਕ ਲਾਉਣ ਦੀ ਕੋਸ਼ਿਸ਼ ਕਰਦਾ। ਡਾਟਾ ਸਾਰਾ ਤਿਆਰ ਕਰਿਆ ਪਿਆ ਮੇਰਾ,
ਓਨਲੀ ਵੀਡੀਓ ਬਣਾਉਣੀ ਹੈ ਇਕੱਲੀ, ਠੀਕ ਹੈ। ਤੇ ਉਹ ਜਦੋਂ ਮੈਂ ਫ੍ਰੀ ਹੋ ਕੇ ਬਣਾ ਲੂੰਗਾ ਤੇ ਉਹ DPSP ਬਾਰੇ ਪੜ੍ਹਨਾ, ਜੇ ਆਪਾਂ DPSP ਬਾਰੇ। ਤੇ ਇਸ ਤੋਂ ਬਾਅਦ ਆਪਾਂ ਪੜਾਂਗੇ ਸੋਰਸ ਤੇ ਪੋਲਿਟੀ। ਭਾਈ ਮੈਂ ਜਮਾਂ ਸਹੀ ਆਹ ਹਫਤੇ ਦੇ ਵਿੱਚ ਖਤਮ ਕਰ ਦੇਣੀ ਹੈ ਪੋਲਿਟੀ, ਵਾਅਦਾ ਤੁਹਾਡੇ ਨਾਲ, ਹਫਤੇ ਦੇ ਵਿੱਚ ਆਪਾਂ ਪੋਲਿਟੀ ਖਤਮ ਕਰ ਦੇਣੀ ਹੈ, ਠੀਕ ਹੈ। ਪੋਲਿਟੀ ਖਤਮ ਹੋ ਗਈ ਆਪਣੀ, ਹਿਸਟਰੀ ਖਤਮ ਹੋ ਗਈ, ਹਿਸਟਰੀ ਦਾ ਇੱਕ ਲੈਕਚਰ ਰਹਿੰਦਾ ਗਾ, ਤੇ ਪੰਜਾਬ GK ਵੀ ਆਪਣੀ ਖਤਮ, ਉਹਦਾ ਆਪਾਂ MCQ ਬਸ ਖਾਲੀ ਪ੍ਰੈਕਟਿਸ ਵਾਸਤੇ ਕਰਦੇ ਹਾਂ, ਠੀਕ ਹੈ। ਰੀਜ਼ਨਿੰਗ ਆਪਣੀ ਖਤਮ ਹੈ, ਤੇ ਜਿਹੜੀ ਰਹਿ ਗਈ ਗੱਲ ਮੈਥ ਦੀ ਆਪਣੀ ਪ੍ਰੈਕਟਿਸ ਚੱਲ ਰਹੀ ਹੈ ਹਜੇ, ਠੀਕ ਹੈ। ਮਗਰ ਕੀ ਰਹਿ ਗਿਆ ਹੁਣ, ਇੰਗਲਿਸ਼ ਹੀ ਰਹੇਗੀ। ਪੰਜਾਬੀ ਗੱਲ ਸੁਣ ਲਓ, ਜੇ ਤੁਸੀਂ ਕਹਿੰਦੇ ਪੰਜਾਬੀ ਭਾਈ ਮੈਂ ਹਜੇ ਸ਼ੁਰੂ ਕਰੂੰਗਾ 20 ਦਿਨਾਂ ਤੱਕ, ਠੀਕ ਹੈ। 20 ਦਿਨਾਂ ਤੱਕ ਮੈਂ ਪੰਜਾਬੀ ਸ਼ੁਰੂ ਕਰੂੰਗਾ ਹਜੇ, ਤੇ ਟੈਨਸ਼ਨ ਨਾ ਲਓ, ਪੰਜਾਬੀ ਮੈਂ ਕਰਵਾ ਦੂੰ। ਪੰਜਾਬੀ ਸਿਰਫ 2 ਦਿਨਾਂ ਦਾ 3 ਦਿਨਾਂ ਦਾ ਸਿਲੇਬਸ ਆ ਪੰਜਾਬੀ ਦਾ, 3 ਦਿਨਾਂ ਦਾ ਬਸ, ਇਦੋਂ ਵੱਧ ਨਹੀਂ ਹੈਗਾ। 3 ਦਿਨਾਂ ਦਾ ਸਿਲੇਬਸ ਆ ਪੰਜਾਬੀ ਦਾ, ਇੱਕ ਵੀ ਨੰਬਰ ਦਾ ਬਾਹਰੋਂ ਨਹੀਂ ਆਊਗਾ ਜਿਹੜਾ ਮੈਂ ਕਰਵਾਊਂ ਤੁਹਾਨੂੰ, 3 ਦਿਨਾਂ 'ਚ ਕਰਵਾ ਦੂੰਗਾ। ਰਹੀ ਗੱਲ ਇੰਗਲਿਸ਼ ਦੀ, ਇੰਗਲਿਸ਼ ਦਾ ਆਪਾਂ ਕੱਲ੍ਹ ਜਾਂ ਪਰਸੋਂ ਤੱਕ ਸ਼ੁਰੂ ਕਰ ਦੇਣਾ ਇੰਗਲਿਸ਼ ਨੂੰ। ਉਹ ਮੈਨੂੰ ਇਹ ਹੈ ਕਿ ਇੱਧਰ ਇੱਕ ਦਾ ਸਬਜੈਕਟ ਕੰਪਲੀਟ ਹੋ ਜਾਏ ਨਾ, ਤੇ ਫਿਰ ਸੌਖਾ ਹੋ ਜਾਂਦਾ ਗਾ, ਠੀਕ ਹੈ। ਤੇ ਜਿਹੜੇ ਐਗਰੀਕਲਚਰ ਵਾਲੇ ਬੱਚੇ ਪਟਵਾਰੀ ਦਾ ਪੇਪਰ, ਤੁਹਾਨੂੰ ਵੀ ਐਗਰੀਕਲਚਰ ਭਾਈ ਮੈਂ PDF ਬਣਾਈ ਜਾਂਦਾ ਗਾ। PDF ਦੇ ਵਿੱਚ ਹਜੇ ਮੈਂ 30 ਕੁਐਸਚਨ ਟਾਈਪ ਕਰੇ ਆ, 50 ਕੁਐਸਚਨਾਂ ਦਾ ਮੈਂ ਇਕੱਠੀ ਵੀਡੀਓ ਅਪਲੋਡ ਕਰੂੰਗਾ, ਠੀਕ ਹੈ। ਤੇ ਤੁਹਾਨੂੰ ਉਹਦੇ ਤੱਕ ਮੈਂ ਪੇਪਰ ਤੱਕ 500 ਪ੍ਰਸ਼ਨ ਕਰਵਾ ਦੂੰਗਾ, ਟੈਨਸ਼ਨ ਨਾ ਲਓ, ਠੀਕ ਹੈ। ਤੇ ਬਾਕੀ ਮੈਨੂੰ ਉਹ ਬੱਚੇ ਵੀ ਦੱਸੋ ਜਿਨ੍ਹਾਂ ਨੇ ਵਾਰਡ ਅਟੈਂਡੈਂਟ ਦੀ ਵੈਕੈਂਸੀ ਭਰੀ ਹੈ। ਵਾਰਡ ਅਟੈਂਡੈਂਟ ਦੀ ਜਿਹੜੇ ਬੱਚਿਆਂ ਨੇ ਵੈਕੈਂਸੀ ਭਰੀ ਹੈਗੀ, ਬਹੁਤ ਜ਼ਿਆਦਾ ਵਧੀਆ ਪੋਸਟ ਹੈ ਇਹ, ਬਹੁਤ ਜ਼ਿਆਦਾ ਵਧੀਆ ਪੋਸਟ, ਕਿਉਂਕਿ ਇਹਦੇ 'ਚ ਪੇ ਵੀ ਬਹੁਤ ਹੈ, ਠੀਕ ਹੈ। 25,000 ਪਲੱਸ ਪੇ ਹੈਗੀ, ਕੋਈ ਏਡੀ ਵੱਡੀ ਡਿਊਟੀ ਵੀ ਹੈ ਨਹੀਂ, ਜਿਹਦੇ 'ਚ ਕੋਈ ਬੜੀ ਸਖਤ ਡਿਊਟੀ ਹੋਊਗੀ, ਅਤੇ ਵੈਕੈਂਸੀਆਂ ਵੀ ਬਹੁਤ ਜ਼ਿਆਦਾ ਇਹਦੇ 'ਚ। ਅਤੇ ਪੇਪਰ ਵੀ ਸਾਰਾ 2 ਸਬਜੈਕਟ ਹੀ ਇਹਦੇ ਵਿੱਚ, GK ਅਤੇ ਹੋਮ ਬੇਸਡ। GK ਵੀ ਸਾਰੀ 8ਵੀਂ ਤੱਕ ਦੀ ਹੈ, ਅਤੇ ਆਹ ਹੋਮ ਬੇਸਡ, ਠੀਕ ਹੈ। ਜਿਹੜੇ ਬੱਚੇ ਨੇ ਵਾਰਡ ਅਟੈਂਡੈਂਟ ਦਾ ਪੇਪਰ ਭਰਿਆ ਮੈਨੂੰ ਪਲੀਜ਼ ਕਮੈਂਟ ਕਰ ਦਿਓ। ਮੇਰੇ ਕੋਲ ਘੱਟੋ ਘੱਟ ਆ ਗਿਆ ਹੋਊਗਾ 70 ਕੁ ਬੱਚਿਆਂ ਦੇ ਮੈਸੇਜ ਆ ਗਏ ਕਿ ਸਾਨੂੰ ਵਾਰਡ ਅਟੈਂਡੈਂਟ ਦੀ ਤਿਆਰੀ ਕਰਵਾ ਦਿਓ, ਹੋਮ ਬੇਸਡ ਦੀ, ਹੋਮ ਬੇਸਡ ਹੌਸਪੀਟਲ ਦਾ ਜਿਹੜਾ ਸਿਲੇਬਸ ਹੈਗਾ, ਠੀਕ ਹੈ। ਅਤੇ ਜਿਨ੍ਹਾਂ ਨੇ ਕਰਿਆ ਫਾਰਮ ਅਪਲਾਈ ਕਰਿਆ ਹੋਇਆ ਉਹ ਮੈਨੂੰ ਮੈਸੇਜ ਕਰ ਦਿਓ, ਕਿਉਂਕਿ ਵਾਰਡ ਅਟੈਂਡੈਂਟ ਦਾ ਪੇਪਰ ਵੀ ਹੁਣ ਨਾ ਵਾਲਾ 1 ਮਹੀਨੇ ਦੇ ਵਿੱਚ ਆ ਜਾਣਾ। ਵਾਰਡ ਅਟੈਂਡੈਂਟ ਦਾ ਪੇਪਰ ਵੀ ਮੈਂ ਕਿਸੇ ਬੰਦੇ ਤੋਂ ਪੁੱਛਿਆ ਸੀ ਆਪਣੇ ਤੋਂ, BFU ਦੇ ਵਿੱਚ ਫਰੈਂਡ ਆਪਣਾ ਲੱਗਿਆ ਹੋਇਆ, ਉਹ ਨਾਲ ਗੱਲ ਕਰੀ ਸੀ ਮੈਂ, ਅਤੇ ਉਹ ਕਹਿੰਦਾ ਕਿ 1 ਮਹੀਨੇ ਤੱਕ ਚਾਂਸ ਹੈਗੇ ਆ ਫੁੱਲ, ਕਿਉਂਕਿ ਹੁਣ ਇਹ ਸਿਸਟਮ ਚੱਲ ਪਿਆ। ਉਦੋਂ ਕਰੋਨਾ ਕਰਕੇ ਇਹ ਪੇਪਰ ਪੋਸਟਪੋਨਡ ਹੋਇਆ ਸੀ, ਅਤੇ ਇਹ 'ਚ ਹੋਮ ਬੇਸਡ ਹੌਸਪੀਟਲ ਦਾ ਸਿਲੇਬਸ ਹੋਣਾ ਗਾ, ਅਤੇ 90 ਨੰਬਰਾਂ ਦਾ ਪੇਪਰ ਹੈ ਇਹ, ਠੀਕ ਹੈ। ਅਤੇ ਬਹੁਤ ਸੌਖਾ ਲੈਵਲ ਦਾ ਪੇਪਰ ਹੋਣਾ। ਬਸ ਆਹ ਜਿਹੜਾ ਹੋਮ ਬੇਸਡ ਇਹ ਆਪਣਾ ਕੰਪਲੀਟ ਕਰ ਲਾਂਗੇ ਆਪਾਂ। ਅਤੇ ਜਿਹੜੇ ਕੋਈ ਬੱਚੇ ਹੈਗੇ ਵਾਰਡ ਅਟੈਂਡੈਂਟ ਵਾਲੇ, ਘੱਟੋ ਘੱਟ 100 ਬੰਦਾ ਮੈਸੇਜ ਕਰੋ ਵਾਰਡ ਅਟੈਂਡੈਂਟ ਵਾਲਾ, 70 ਪਹਿਲਾਂ ਆਏ ਪਏ ਆ, ਅਤੇ ਆਪਾਂ 200 ਬੱਚੇ ਦਾ ਬੈਚ ਸ਼ੁਰੂ ਕਰ ਲਾਂਗੇ ਅਲੱਗ ਤੋਂ, ਠੀਕ ਹੈ। ਅਤੇ ਜਦੋਂ ਇਹਨਾਂ ਦਾ ਸਿਲੇਬਸ ਨਿਬੜ ਗਿਆ ਆਪਣੇ ਦਾ, ਜੇਲ੍ਹ ਵਾਰਡਨ ਦਾ ਅਤੇ ਸਬ ਇੰਸਪੈਕਟਰ ਦਾ, ਇਹਨਾਂ ਸਿਲੇਬਸ ਲਗਭਗ ਨਿਬੜੇ ਵੀ। ਬਸ ਆਪਾਂ ਹੁਣ ਥੋੜ੍ਹੇ 10 ਕੁ ਮੇਰੇ ਅੰਦਾਜ਼ਾ, ਤੁਹਾਨੂੰ ਅੱਧੇ ਬੱਚੇ ਪੁੱਛ ਰਹੇ ਸੀ ਕਿ ਕਦੋਂ ਤੱਕ ਸਿਲੇਬਸ ਨਿਬੜ ਜੂਗਾ। ਦੇਖੋ ਪੁੱਤਰੋ, ਮੈਥ ਤਾਂ ਆਪਣਾ ਚੱਲੂਗਾ ਅੰਦਾਜ਼ਾ ਮੇਰਾ ਜਿੱਥੇ ਤੱਕ 15 ਤੋਂ ਲੈ ਕੇ 20 ਦਿਨ ਦੇ ਵਿੱਚ ਮੈਥ ਚੱਲੂ ਆਪਣਾ ਹਜੇ। ਪੋਲਿਟੀ ਮੈਂ ਹਫਤੇ 'ਚ ਕਲੀਅਰ ਕਰ ਦੇਣੀ ਹੈ। ਕਰੰਟ ਅਫੇਅਰ ਆਪਣੇ ਡੇਲੀ ਨਾਲ ਚੱਲਦੇ ਆ, ਉਹਦਾ ਕੋਈ ਚੱਕਰ ਹੀ ਨਹੀਂ ਹੈਗਾ। ਰੀਜ਼ਨਿੰਗ ਆਪਣੀ ਭਾਈ ਕੰਪਲੀਟ ਆ, ਕਲੌਕ ਰਹਿ ਗਿਆ ਇੱਕ ਮੇਨ। ਇਸ ਤੋਂ ਬਾਅਦ ਜਿਹੜੀਆਂ 1-2 ਕਾਈਆਂ ਹੋ ਰਹੀਆਂ ਉਹ ਆਪਾਂ ਨਾਲ ਦੇ ਨਾਲ ਹੀ ਕਰ ਲਾਂਗੇ, ਤਾਂ ਕੋਈ ਚੱਕਰ ਵਾਲੀ ਗੱਲ, ਟੈਸਟ ਸ਼ੁਰੂ ਕਰਦੇ ਆ ਬਸ ਆਪਾਂ ਕਲੌਕ ਤੋਂ ਬਾਅਦ। ਅਤੇ ਜਿਹੜੇ ਵਿੱਚ ਜੇਲ੍ਹ ਵਾਰਡਨ ਵਾਲੇ ਭਾਈ ਤੁਸੀਂ ਇੱਥੇ ਰੁਕ ਜਾਓ, ਤੁਸੀਂ ਕੁਛ ਨਹੀਂ ਕਰਨਾ, ਠੀਕ ਹੈ। ਜੇ ਤੁਸੀਂ ਕਲੌਕ ਕਰਨਾ ਚਾਹੁੰਦੇ ਹੋ, ਜਿਹੜੇ ਬੱਚਿਆਂ ਨੇ ਸਿਪਾਹੀਆਂ ਦਾ ਪੇਪਰ ਦੇਣਾ ਗਾ, ਠੀਕ ਹੈ, ਅਤੇ ਉਹ ਕਰ ਸਕਦੇ ਆ ਤੇਰੀ ਕਲੌਕ ਦੀ ਅਤੇ ਕੈਲੰਡਰ ਦੀ। ਜਿਹਨੇ ਇਕੱਲਾ ਪੇਪਰ ਦੇਣਾ ਜੇਲ੍ਹ ਵਾਰਡਨ ਦਾ, ਉਹ ਚਾਹੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ, ਕਿਉਂਕਿ ਇਹਨੇ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ। ਵਿੱਚ ਬੱਚਿਆਂ ਨੂੰ ਥੋੜ੍ਹਾ ਜਿਹਾ ਡਰ ਹੁੰਦਾ ਗਾ ਕਿ ਜੀ ਪਿਛਲੀ ਵਾਰ ਵੀ ਇਹਨਾਂ ਨੇ ਕਹਿਤਾ ਸੀ, ਪਰ ਉਹ ਪੋਜੀਸ਼ਨ ਜਿਹੜੇ ਕਹੇ ਸੀ ਉਹਨਾਂ ਤੋਂ ਵੱਖਰਾ ਪਤਾ ਸੀ ਪੇਪਰ, ਤਾਂ ਤੁਸੀਂ ਕਰ ਵੀ ਸਕਦੇ ਹੋ ਜੇ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦਾ। ਜੇ ਤੁਹਾਡੇ 'ਚੋਂ ਭਾਈ ਕੋਈ ਕੰਮ ਚੋਰ ਹੈਗਾ ਕਿ ਜ਼ਿਆਦਾ ਨਹੀਂ ਕਰਨਾ ਚਾਹੁੰਦਾ, ਅਤੇ ਉਹ ਤੁਸੀਂ ਆਪਦਾ ਦੇਖ ਲਓ, ਸਿਲੇਬਸ ਦੇ ਹਿਸਾਬ 'ਤੇ ਚੱਲ ਪਓ, ਠੀਕ ਹੈ। ਅਤੇ ਦੂਸਰੀ ਗੱਲ, ਪੰਜਾਬ ਪੁਲਿਸ, SI ਅਤੇ ਪਟਵਾਰੀ ਜਾਂ ਪੰਜਾਬ ਦਾ ਕੋਈ ਵੀ ਐਗਜ਼ਾਮ ਹੈਗਾ, ਠੀਕ ਹੈ, ਉਹਨਾਂ ਸਾਰਿਆਂ ਦਾ ਸਿਲੇਬਸ ਵਿੱਚੋਂ ਸੇਮ ਹੁੰਦਾ। ਕਰੰਟ ਅਫੇਅਰ ਵੀ ਸੇਮ ਹੁੰਦੇ ਆ ਉਹਦੇ, ਠੀਕ ਹੈ। ਅਤੇ ਪੰਜਾਬ GK ਵੀ ਸੇਮ ਹੁੰਦੀ ਹੈ, ਪੰਜਾਬੀ ਲੈਂਗੁਏਜ ਵੀ ਸੇਮ ਹੁੰਦੀ ਹੈ, ਮੈਥ ਵੀ ਸੇਮ ਹੁੰਦਾ, ਰੀਜ਼ਨਿੰਗ ਵੀ ਸੇਮ ਹੁੰਦੀ ਹੈ। ਬਸ ਆਹੀ, ਕੰਪਿਊਟਰ ਵੀ ਸੇਮ ਹੁੰਦਾ। ਕੰਪਿਊਟਰ ਦੇ ਵਿੱਚੋਂ ਹਜੇ ਦਿਨ ਲੱਗਣਗੇ, ਕੰਪਿਊਟਰ ਦੇ ਹਜੇ ਆਪਣੇ 15 ਦਿਨ ਲੱਗ ਜਾਣਗੇ, ਠੀਕ ਹੈ। ਅਤੇ ਹੋਰ ਕੋਈ ਗੱਲਬਾਤ ਕੰਪਿਊਟਰ ਦੀ ਵੀ ਆਪਾਂ ਬਾਅਦ ਵਿੱਚ ਕਰਾਂਗੇ, ਘੱਟੋ ਘੱਟ 500-600 MCQ ਦਾ ਵੀ ਕਰਨਾ ਪਊਗਾ ਆਪਣੇ ਕੰਪਿਊਟਰ ਦਾ। ਅਤੇ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਅਤੇ ਆਪਾਂ ਤਿਆਰੀ ਕਰੀ ਚੱਲਦੇ ਹਾਂ, ਵਧੀਆ ਤਿਆਰੀ ਚੱਲ ਰਹੀ ਹੈ ਆਪਣੀ। ਅਤੇ ਅੱਜ ਮੈਂ ਗੱਲਾਂ ਬਾਤਾਂ ਹੀ ਕਰਨੀਆਂ ਤੁਹਾਡੇ ਨਾਲ ਵਾਹਵਾ ਟਾਈਮ, ਮੈਂ ਕਿਹਾ ਗੱਲ ਹੋਈ ਨਹੀਂ ਨਾ। ਬੱਚੇ ਬਾਹਲੇ ਕਹਿ ਰਹੇ ਸੀ ਕਿ ਸਰ ਕੋਈ ਦੱਸੋ ਸਾਨੂੰ ਕਿ ਅਸੀਂ ਕੀ ਕਰੀਏ। ਅਤੇ ਜਿਹੜੇ ਬੱਚੇ ਨੇ ਭਾਈ ਬੈਚ ਦੇ ਵਿੱਚ ਜੁਆਇਨ ਹੋਣਾ ਗਾ, ਠੀਕ ਹੈ, ਜਿਹੜੇ ਕਹਿੰਦੇ ਸਾਡੇ ਬੈਚ ਦੇ ਵਿੱਚ ਕਿਵੇਂ ਜੁਆਇਨ ਹੋਈਏ, ਜਾਂ ਜਿਹੜੇ ਬੱਚੇ ਨਵੇਂ ਆਏ ਆ, ਠੀਕ ਹੈ,
ਤੁਹਾਡੇ ਵਾਸਤੇ ਇੱਕ ਅਲੱਗ ਵੀਡੀਓ ਬਣਾ ਦੂੰਗਾ, ਮੈਨੂੰ ਟਾਈਮ ਦਿਓ ਥੋੜ੍ਹਾ ਜਿਹਾ। ਅਤੇ ਬੈਚ ਜਦੋਂ ਤੁਸੀਂ ਜੁਆਇਨ ਕਰਨਾ, ਬੈਚ ਆਪਣਾ YouTube 'ਤੇ ਚੱਲਦਾ, ਕੋਈ ਆਪਾਂ ਪੇਡ ਕੋਰਸ ਨਹੀਂ ਸ਼ੁਰੂ ਕਰਿਆ, ਨਾ ਕਰੇ ਪੇਡ ਕੋਰਸ। ਮੈਂ ਤੁਹਾਨੂੰ ਪਹਿਲੇ ਨਹੀਂ ਕਿਹਾ ਸੀ ਕਿ ਪੇਡ ਕੋਰਸ ਮੈਂ ਬਰਖਲਾਫ ਹਾਂ ਬਈ, ਪੇਡ ਕੋਰਸ ਮੈਂ ਕਦੇ ਨਹੀਂ ਸ਼ੁਰੂ ਕਰਨਾ, ਨਾ ਮੈਂ ਤੁਹਾਨੂੰ ਕਿਸੇ ਤੋਂ 1 ਰੁਪਇਆ ਲਵਾਂ ਕਦੇ, ਠੀਕ ਹੈ। ਪੜ੍ਹਾਈ ਹੈ ਜਿੰਨਾ ਆਪਾਂ ਦੇਵਾਂਗੇ ਕਿਸੇ ਨੂੰ ਉਨੀ ਹੀ ਆਪ ਨੂੰ ਜ਼ਿਆਦਾ ਆਉਂਦੀ ਹੈ, ਠੀਕ ਹੈ। ਅਤੇ ਬਾਕੀ ਰਹੀ ਗੱਲ ਪੇਡ, ਇਹ ਆਪਣੇ ਕਦੇ ਸ਼ੁਰੂ ਕਰਨੇ ਨੇ। ਜਿਹੜੇ ਬੱਚੇ ਬੈਚ ਜੁਆਇਨ ਕਰਨਾ ਉਹ ਬੱਚੇ ਤੁਸੀਂ ਪਲੇ ਲਿਸਟ ਦੇ ਵਿੱਚ ਜਾਓ ਅਤੇ ਸਭ ਤੋਂ ਪਹਿਲਾਂ ਹਿਸਟਰੀ ਦੇ ਲੈਕਚਰ ਸ਼ੁਰੂ ਕਰੋ, ਹਿਸਟਰੀ ਤੋਂ ਸ਼ੁਰੂ ਕਰੋ। ਮੈਥ ਦਾ ਇਹ ਨਹੀਂ ਚੱਕਰ ਹੈਗਾ ਕਿ ਜਿੱਥੋਂ ਮੈਂ ਮੈਥ ਕਰਵਾਈ ਜਾਂਦਾ ਉੱਥੇ ਲੱਗ ਜਾਓ, ਸ਼ੁਰੂ ਤੋਂ ਲੱਗੋ। ਮੈਥ ਵੀ ਸ਼ੁਰੂ ਤੋਂ ਕਰੋ, ਰੀਜ਼ਨਿੰਗ ਵੀ ਸ਼ੁਰੂ ਤੋਂ ਕਰੋ, ਕੰਪਿਊਟਰ ਵੀ ਸ਼ੁਰੂ ਕਰੋ, ਹਿਸਟਰੀ ਵੀ ਸ਼ੁਰੂ ਤੋਂ ਕਰੋ, ਠੀਕ ਹੈ ਨਾ। ਸ਼ੁਰੂ ਤੋਂ ਲੱਗ ਜਾਓ। ਪਲੇ ਲਿਸਟ ਦੇ ਵਿੱਚ ਪਿਆ ਕਰੰਟ ਅਫੇਅਰ ਵੀ ਅਪ੍ਰੈਲ ਤੋਂ ਚੱਕੋ, ਠੀਕ ਹੈ। ਪਿੱਛੇ ਤੋਂ ਚੱਲਦੇ ਹੋ, ਫਿਰ ਆ ਕੇ ਨਾਲ ਰਲੋ। ਇਹ ਕੰਮ ਨਹੀਂ ਹੈਗਾ ਕਿ ਤੁਸੀਂ ਇਹਦੇ ਮਈ ਤੋਂ ਚੱਕ ਲਓ, ਠੀਕ ਹੈ, ਜਾਂ ਤੁਸੀਂ ਸਿੱਧੀ ਆ ਕੇ ਹੁਣ ਰੇਸ਼ੋ 'ਤੇ ਆ ਜਾਓ। ਬੈਕ ਤੋਂ ਚੱਲੋ, ਠੀਕ ਹੈ। ਫਿਰ ਹੀ ਆਪਾਂ ਜੇ ਤੁਹਾਨੂੰ ਨਿੱਕੀਆਂ ਚੀਜ਼ਾਂ ਪਤਾ ਲੱਗਣੀਆਂ, ਫਿਰ ਹੀ ਤੁਸੀਂ ਅੱਗੇ ਜਾ ਕੇ ਸਕਸੈਸਫੁੱਲ ਹੋਵੋਗੇ। ਜੇ ਤੁਸੀਂ ਸਕਿਪ ਕਰੋਗੇ ਚੀਜ਼ਾਂ, ਉਹ ਚੀਜ਼ਾਂ ਆਪ ਨੂੰ ਗਾਹਾਂ ਵਾਸਤੇ ਨੁਕਸਾਨ ਕਰਨਗੇ ਅੱਗੇ ਜਾ ਕੇ, ਠੀਕ ਹੈ। ਅਤੇ ਬਾਕੀ ਬੈਚ ਬਾਰੇ ਤੁਹਾਨੂੰ ਦੱਸਤਾ ਕਿ ਬੈਚ ਕਿਵੇਂ ਜੁਆਇਨ ਕਰਨਾ। ਬਾਕੀ ਭਾਈ ਜਿਹੜਾ ਕੁਝ ਮੈਂ ਕਰਵਾ ਰਿਹਾ ਸਿਲੇਬਸ ਦੇ ਹਿਸਾਬ 'ਤੇ ਕਰਵਾ ਰਿਹਾ, ਉਹਦੀ ਟੈਨਸ਼ਨ ਨਾ ਲਓ ਤੁਸੀਂ, ਠੀਕ ਹੈ। ਬਾਕੀ ਅੱਧੇ ਬੱਚੇ ਕਹਿੰਦੇ ਸਾਨੂੰ ਸਟੇਟਾਂ ਦੇ CM ਕਰਵਾ ਦਿਓ ਅਤੇ ਇੰਪੋਰਟੈਂਟ ਡੇ ਕਰਵਾ ਦਿਓ ਅਤੇ ਇੰਪੋਰਟੈਂਟ ਬੁੱਕਸ ਕਰਵਾ ਦਿਓ। ਇਹ ਬੱਚਿਓ ਆਪਾਂ ਇੰਪੋਰਟੈਂਟ ਡੇ ਬੁੱਕਸ ਅਤੇ ਸਾਰੀਆਂ ਸਟੇਟਾਂ ਦੇ ਰਾਜਧਾਨੀਆਂ ਦੇ CM ਪੰਜਾਬ ਇੰਡੀਆ ਦੇ, ਇਹ ਆਪਾਂ ਪੇਪਰ ਤੋਂ 10 ਕੁ ਦਿਨ ਪਹਿਲਾਂ ਹੀ ਕਰਾਂਗੇ। ਕਿਉਂ 10 ਦਿਨ ਪਹਿਲਾਂ ਕਰਾਂਗੇ? ਕਿਉਂਕਿ ਜਿਵੇਂ ਦੇਖੋ ਹੁਣ ਤਾਮਿਲਨਾਡੂ ਦਾ CM ਬਦਲ ਗਿਆ ਨਾ, ਤਾਮਿਲਨਾਡੂ ਦਾ CM ਕਿਹੜਾ ਹੋ ਗਿਆ? ਸਟਾਈਲੈਂਡ ਆ ਗਿਆ। ਅਤੇ ਹੁਣ ਜੋ ਸਟਾਈਲੈਂਡ ਆ ਗਿਆ, ਇਹਦੇ ਕਰਕੇ ਕੀ ਹੋ ਗਿਆ? ਇਹਦੇ ਕਰਕੇ ਹੁਣ ਜਿਹੜੇ ਬੱਚੇ ਨੂੰ ਪੁਰਾਣਾ ਯਾਦ ਕਰਿਆ ਉਹਦੇ ਪੁਰਾਣਾ ਹੀ ਯਾਦ ਰਹਿ ਜਾਊਗਾ, ਠੀਕ ਹੈ ਨਾ। ਅਤੇ ਜਿਵੇਂ ਹੁਣ ਇੱਕ ਪਾਂਡੂਚੇਰੀ ਦਾ ਸੀ CM, ਪਾਂਡੂਚੇਰੀ ਦਾ ਵੀ ਬਦਲਿਆ ਹੈਗਾ, ਠੀਕ ਹੈ ਨਾ। ਅਤੇ ਪਾਂਡੂਚੇਰੀ ਦਾ ਜਿਹੜਾ ਗਵਰਨਰ ਆ ਉਹ ਹੈਗਾ ਆਪਣਾ ਰੰਗਾ, ਠੀਕ ਹੈ, ਰੰਗਾ। ਅਤੇ ਇਸ ਤਰ੍ਹਾਂ ਕਰਕੇ ਨਾ CM ਬਦਲਦੇ ਰਹਿੰਦੇ, ਤਾਂ ਕਰਕੇ ਆਪਾਂ ਪੇਪਰ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਚੱਕਾਂਗੇ। ਇੰਪੋਰਟੈਂਟ ਬੁੱਕਾਂ ਵੀ ਜਿਹੜੀਆਂ 2019 ਤੋਂ 20 ਦੇ ਵਿੱਚ ਅਤੇ 20 ਤੋਂ ਲੈ ਕੇ 21 ਦੇ ਵਿੱਚ ਜਿਹੜੀਆਂ ਮਹੱਤਵਪੂਰਨ ਬੁੱਕਾਂ, ਘੱਟੋ ਘੱਟ 50 ਕੁ ਬੁੱਕਸ ਹੋਣਗੀਆਂ, ਉਹ ਵੀ ਆਪਾਂ ਪੇਪਰ ਤੋਂ 10 ਦਿਨ ਪਹਿਲਾਂ ਕਰਾਂਗੇ। ਅਤੇ ਬਾਕੀ ਆਪਣੇ ਕਰੰਟ ਅਫੇਅਰ ਚੱਲੀ ਜਾਂਦੇ ਆ, ਡੇਜ਼ ਵੀ ਆਪਾਂ ਉਹਦੀ ਕਰਾਂਗੇ ਇੰਪੋਰਟੈਂਟ ਜੇ ਜਿਹੜੇ ਹੋਏ, ਠੀਕ ਹੈ। ਕਿਉਂਕਿ ਉਦੋਂ ਹੋਰ ਵੀ ਚੀਜ਼ਾਂ ਐਡ ਹੋ ਜਾਣਗੀਆਂ। ਜੇ ਮੈਂ ਅੱਜ ਕਰਵਾਤਾ ਮੁੜ ਕੇ ਉਹਦੇ ਫਿਰ ਕਰਵਾਉਣਾ ਪਊ, ਤੁਹਾਨੂੰ ਕਨਫਿਊਜ਼ਨ ਹੋ ਜਾਊਗੀ ਫਿਰ, ਠੀਕ ਹੈ। ਅਤੇ ਬਾਕੀ ਜੇ ਕਿਸੇ ਨੂੰ ਹਜੇ ਵੀ ਕੋਈ ਸ਼ੱਕ ਹੈਗਾ ਪੁੱਛ ਸਕਦੇ ਹੋ। ਬੈਚ ਆਪਣਾ ਜੁਆਇਨ ਕਰ ਲਓ ਭਾਈ, ਇਹਦੇ ਵਿੱਚ ਹੀ ਇਹ ਵੀਡੀਓ ਪੰਗਾ, ਇੱਥੇ ਆਪਣਾ ਬੈਚ ਸਟਾਰਟ ਹੁੰਦਾ ਸਾਰਾ, ਠੀਕ ਹੈ। ਅਤੇ ਜੇ ਫਿਰ ਵੀ ਨਹੀਂ ਸਮਝ ਆਉਂਦਾ ਫਿਰ ਵੀ ਇਹਨੂੰ ਦੱਸ ਦਿਓ, ਫਿਰ ਆਪਾਂ ਇੱਕ ਵੀਡੀਓ ਹੋਰ ਬਣਾ ਦੂੰਗਾ ਮੈਂ, ਓਕੇ ਜੀ। ਅਤੇ ਐਗਰੀਕਲਚਰ ਵਾਲੇ ਤੁਹਾਨੂੰ ਮਿਲ ਜੂ ਸਾਰਾ ਕੁਛ, ਕੰਪਿਊਟਰ ਵਾਲੇ ਨੂੰ ਮਿਲ ਜੂਗਾ। ਦੇ ਵਿੱਚ ਕਹਿੰਦੇ ਸਰ ਗੱਲਾਂ ਬਾਤਾਂ ਸੁਣਾ ਦਿਆ ਕਰੋ। ਗੱਲਾਂ ਬਾਤਾਂ ਕੋਈ ਗੱਲ ਨਹੀਂ, ਸੁਣਾਵਾਂਗੇ ਤੁਹਾਨੂੰ, ਇੱਕ ਅੱਧਾ ਦਿਨ ਹੋਰ ਰੁਕ ਜਾਓ, ਕੱਲ੍ਹ ਨੂੰ ਸੁਣਾਵਾਂਗੇ। ਹੱਥ ਨੇ ਜੇ ਆਪਾਂ ਅੱਜ ਪੋਲੀਟੀਕਲ ਲੈਕਚਰ ਲਾਇਆ, ਉਹਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਹੱਥ ਨੇ, ਹੱਸੀ ਮਖੌਲਾਂ ਵਾਲੀਆਂ। ਫਿਰ ਹੋਰ ਬਸ ਆਹੀ ਗੱਲ ਕਰਨੀ ਸੀ। ਅਤੇ ਜਿਉਂਦੇ ਵੱਧਦੇ ਰਹੋ, ਅਤੇ ਰੋਟੀਆਂ ਵੀ ਖਾ ਲਓ ਆਪਣੀਆਂ ਟਾਈਮ ਸਿਰ ਖਾ ਕੇ, ਅਤੇ ਤੂੰ ਕਿ ਪੜ੍ਹਨ ਬਹਿ ਜਾ ਕਰੋ, ਓਕੇ। ਅਤੇ ਚੈਨਲ ਆਪਣਾ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ। ਮੇਰਾ ਵੀ ਤੁਹਾਡੇ ਕੋਲ ਜਾਣ ਨੂੰ ਜੀ ਨਹੀਂ ਕਰਦਾ, ਮੇਰਾ ਵੀ ਐਂ ਜੀ ਕਰਦਾ ਗੱਲਾਂ ਕਰ ਲਈਏ। ਜਿਹੜੇ ਬੱਚਿਆਂ ਨੂੰ ਕੋਈ ਪ੍ਰੋਬਲਮ ਆ ਉਹ ਸਕਿਪ ਕਰ ਸਕਦੇ ਆ, ਠੀਕ ਹੈ। ਅਤੇ ਬਾਕੀ ਰਹੀ ਗੱਲ ਔਨਲਾਈਨ ਦੀ, ਔਨਲਾਈਨ ਵੀ ਆਪਾਂ ਹੋਵਾਂਗੇ ਕਿਸੇ ਦਿਨ, ਰੁਕ ਜਾਓ। ਅਤੇ ਇੱਕ ਬਈ ਮੈਨੂੰ ਬਾਹਲੇ ਬੱਚੇ ਕਹਿ ਰਹੇ ਹੈਗੇ ਸਰ ਸਾਨੂੰ ਆਪਦੀ ਫੋਟੋ ਦਿਖਾਓ, ਸਾਨੂੰ ਆਪਦੀ ਫੋਟੋ ਦਿਖਾਓ, ਠੀਕ ਹੈ ਭਾਈ। ਜੇ ਕਿਸੇ ਨੇ ਤੁਹਾਡੀ ਮੇਰੀ ਫੋਟੋ ਦੇਖਣੀ ਹੈਗੀ, ਮੈਂ ਕਿਹੋ ਜਿਹਾ ਲੱਗਦਾਗਾ, ਠੀਕ ਹੈ। ਅਤੇ ਟੈਲੀਗ੍ਰਾਮ 'ਤੇ ਦੇਖ ਲਓ। ਜੇ ਕਿਸੇ ਨੇ ਵੀ ਫਿਰ ਵੀ ਕਿਸੇ ਨੇ ਦੇਖਣੀ ਹੈ ਤਾਂ ਮੈਨੂੰ ਥੱਲੇ ਕਮੈਂਟ ਕਰ ਦਿਓ, ਠੀਕ ਹੈ। ਕਿ ਸਰ ਫੋਟੋ ਦਿਖਾ ਲਓ, ਅਗਲੀ ਵੀਡੀਓ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਫੋਟੋ ਦਿਖਾ ਦੂੰਗਾ, ਠੀਕ ਹੈ। ਆਪ ਦੱਸ ਦਿਓ ਮੈਨੂੰ, ਆਪ ਵੀਡੀਓ ਦੇ ਐਂਡ ਦੇ ਵਿੱਚ ਕਿ ਫੋਟੋ ਦੇਖਣੀ ਹੈ ਕਿ ਭਾਈ ਤੁਸੀਂ ਕਿਵੇਂ ਕਰਨੀ ਹੈ, ਓਕੇ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ।